ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਡੇਰਾਵਾਦ ਦੇ ਵੱਲ ਜਾਂ ਹੋਰ ਧਰਮਾਂ ਦੇ ਲੋਕ ਜੋ ਲਾਲਚ ਦੇ ਕੇ ਧਰਮ ਪਰਿਵਰਤਨ ਕਰਾ ਲੈਂਦੇ ਆ ਜੀ, ਇਸ ਕਰਕੇ ਜਾਂਦੇ ਆ ਕਿ ਉਹਨਾਂ ਨੂੰ ਕੋਈ ਲਾਲਚ ਹੁੰਦਾ ਹੈ ਜਾਂ ਮਜਬੂਰੀ ਬਣ ਜਾਂਦੀ ਹੈ? ਲਾਲਚ ਨਹੀਂ, ਇੱਕ ਮਜਬੂਰੀ ਹੁੰਦੀ ਹੈ ਜੀ। ਪਿਛਲੇ 20 ਸਾਲ ਦੇ ਵਿੱਚ 25 ਸਾਲ ਦੇ ਵਿੱਚ ਬਹੁਤ ਪ੍ਰਚਾਰ ਸਾਡੀ ਕੌਮ ਦੇ ਵਿੱਚ ਹੋਇਆ। ਸਾਡੇ ਪ੍ਰਚਾਰਕਾਂ ਨੇ ਦਾਅਵੇ ਕੀਤੇ, ਸੰਤਾਂ ਨੇ, ਮਹਾਂਪੁਰਸ਼ਾਂ ਨੇ, ਬਾਬਿਆਂ ਨੇ ਬਹੁਤ ਦਾਅਵੇ ਕੀਤੇ ਕਿ ਵੀ ਇੰਨੇ ਹਜ਼ਾਰ ਬੰਦੇ ਨੂੰ ਉਮਰ ਛਕਾਤਾ, ਇੰਨੇ ਲੱਖ ਬੰਦੇ ਨੂੰ ਉਮਰ ਛਕਾਤਾ। ਮੈਂ ਮੰਨਦਾ, ਤੁਸੀਂ ਸਹਿਜਧਾਰੀ ਸਿੱਖਾਂ ਨੂੰ ਸਿੱਖ ਮੰਨਦੇ ਹੋ? ਮੈਂ ਜਿਹੜਾ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦਾ ਉਸ ਨੂੰ ਮੈਂ ਸਿੱਖ ਕੌਮ ਦੇ ਵਿੱਚ ਮੰਨਦਾ, ਮੈਂ ਉਹਦੀ ਰਿਸਪੈਕਟ ਕਰਦਾ। ਅਸੀਂ ਕੋਈ ਨਹੀਂ ਹੁੰਦੇ, ਕੋਈ ਵੀ ਕੁਝ ਨਹੀਂ ਇਸ ਚੀਜ਼ ਦਾ ਹੱਕ ਰੱਖਦਾ ਕਿ ਕਿਸੇ ਤੇ ਕਿੰਤੂ ਪਰੰਤੂ ਕਰੇ। ਪਿਛਲੇ 20-25 ਸਾਲ ਦੇ ਵਿੱਚ ਇਤਨਾ ਪ੍ਰਚਾਰ ਹੋਇਆ ਹੈ, ਅਸੀਂ ਦਲੇਰ ਮਹਿੰਦੀ ਸਾਹਿਬ ਨੂੰ ਵਾਪਸ ਕੀਰਤਨ ਦੀ ਦੁਨੀਆ 'ਚ ਨਹੀਂ ਲਿਆ ਸਕੇ। ਐਡੇ ਐਡੇ ਪ੍ਰਚਾਰਕ ਆਪਣਾ ਦਾਅਵਾ ਕਰਦੇ ਰਹੇ ਨੇ ਕੌਮ 'ਚ 25-30 ਸਾਲਾਂ ਦੇ ਵਿੱਚ ਕਿ ਅਸੀਂ ਇਹ ਕਰਤਾ, ਅਸੀਂ ਉਹ ਕਰਤਾ, ਅਸੀਂ ਇਹ ਕਰਤਾ, ਉਹ ਕਰਤਾ, ਲੇਕਿਨ ਦਲੇਰ ਮਹਿੰਦੀ ਸਾਹਿਬ ਦੇ ਦਿਲ ਤੇ ਕੋਈ ਅਸਰ ਨਹੀਂ ਪਾ ਸਕਿਆ ਕਿ ਉਹ ਫਿਰ ਉਹਨਾਂ ਨੂੰ ਦੁਬਾਰਾ ਕੀਰਤਨ ਦੀ ਦੁਨੀਆ ਦੇ ਵਿੱਚ ਲਿਆਇਆ ਜਾ ਸਕੇ। ਤੁਹਾਨੂੰ ਕੀ ਲੱਗਦਾ ਹੈ ਰਾਗੀ ਸਿੰਘਾਂ ਨੂੰ, ਕੀਰਤਨੀ ਜਥਿਆਂ ਨੂੰ ਵੱਧ ਮਾਇਆ ਮਿਲਣੀ ਚਾਹੀਦੀ ਹੈ ਜਿਵੇਂ ਸਿੰਗਰਾਂ ਨੂੰ ਮਿਲਦੀ ਹੈ, ਜਾਂ ਸਤਕਾਰ ਦੀ ਗੱਲ ਹੁੰਦੀ ਹੈ ਕਿ ਸਤਕਾਰ ਆਪਣੀ ਥਾਂ ਹੈ ਔਰ ਮਾਇਆ ਆਪਣੀ ਥਾਂ ਹੈ? ਬਿਲਕੁਲ, ਸਤਕਾਰ ਆਪਣੀ ਥਾਂ ਹੈ, ਲੇਕਿਨ ਜਿਹੜੀ ਗੁਜ਼ਰ ਬਸਰ ਹੈ ਉਹ ਤਾਂ ਪੈਸੇ ਨਾਲ ਹੀ ਹੋਣੀ ਹੈ। ਤੇ ਜਦੋਂ ਇੱਕ ਸਿੰਗਰ ਦੀ ਗੱਲ ਆਉਂਦੀ ਆ ਉੱਥੇ 5-7-10 ਲੱਖ ਨੂੰ ਅਸੀਂ ਕੁਝ ਸਮਝਦੇ ਨਹੀਂ, ਲੇਕਿਨ ਜਦੋਂ ਵਿਆਹ ਦੇ ਵਿੱਚ ਕੋਈ ਕੀਰਤਨੀ ਜੱਥਾ ਸੱਦਣਾ ਹੁੰਦਾ ਜਾਂ ਜਿਨ੍ਹਾਂ ਨੇ ਲਾਵਾਂ ਫੇਰੇ ਕਰਾਣੇ ਹੁੰਦੇ ਨੇ ਉਹਨਾਂ ਨੂੰ ਅਸੀਂ 1100, 2100, 3100 ਤੋਂ ਉੱਪਰ ਦੇਣਾ ਪਸੰਦ ਨਹੀਂ ਕਰਦੇ। ਰਾਗੀ ਸਿੰਘਾਂ ਨੂੰ ਅਸੀਂ 21-31 ਹਜ਼ਾਰ ਰੁਪਈਆ ਉਹ ਮੰਗ ਲੈਣ ਤੇ ਅਸੀਂ ਸੋਚਦੇ ਹਾਂ ਕਿ ਨਹੀਂ ਯਾਰ ਇਹਨਾਂ ਨੇ ਤੇ ਬਿਜ਼ਨਸ ਬਣਾ ਲਿਆ। ਤੇ ਉਸੇ ਵਿਆਹ ਦੇ ਵਿੱਚ ਕਿਸੇ ਸਿੰਗਰ ਨੇ ਆਣਾ ਹੋਵੇ ਤੇ ਉਹਦੇ ਉੱਤੇ ਅਸੀਂ 2-4 ਘੰਟੇ ਵਾਸਤੇ ਲੱਖਾਂ ਰੁਪਈਆ ਉਡਾ ਦਿੰਨੇ ਆ। ਫਿਰ ਬਾਬਾ ਜੀ ਇਹ ਬੈਲੈਂਸ ਕੌਣ ਕਰੂਗਾ ਕਿ ਇੱਕ ਗੁਰੂ ਘਰ ਦੀ ਸੇਵਾ ਕਰਨੀ ਹੈ ਜਾਂ ਫਿਰ ਉਸ ਨੂੰ ਬਿਜ਼ਨਸ ਬਣਾ ਲੈਣਾ? ਇਹ ਬੈਲੈਂਸ ਤਾਂ ਫਿਰ ਜੀ ਜਿਹੜੇ ਆਮ ਜਦੋਂ ਕਿਸੇ ਦਾ ਕੋਈ ਜਨਮ ਹੋਣਾ ਉਦੋਂ ਵੀ ਅਸੀਂ ਅਖੰਡ ਪਾਠ ਸਾਹਿਬ ਕਰਾਉਣੇ ਆ ਜਾਂ ਪਾਠ ਕਰਾਉਣੇ ਆ, ਜਾਂ ਉਦੋਂ ਵੀ ਸਾਨੂੰ ਰਾਗੀ ਸਿੰਘ ਕੀਰਤਨੀਏ ਦੀ ਜ਼ਰੂਰਤ ਹੈ। ਸਾਡੀ ਮੌਤ ਤੇ ਵੀ ਸਾਨੂੰ ਜ਼ਰੂਰਤ ਪੈਂਦੀ ਹੈ, ਸਾਡਾ ਭੋਗ ਉਹਨਾਂ ਨੇ ਪਾਉਣਾ ਹੁੰਦਾ ਹੈ। ਗਰੀਬ ਬੰਦਾ ਜੇ ਉਹ ਇੰਨੇ ਪੈਸੇ ਕੀਰਤਨੀ ਸਿੰਘ ਜਾਂ ਪਾਠੀ ਸਿੰਘਾਂ ਨੂੰ ਦੇਣ ਲੱਗ ਜਾਣਗੇ ਤਾਂ ਫਿਰ ਗਰੀਬ ਦਾ ਮਰਨਾ ਤੇ ਜੰਮਣਾ ਕਿਵੇਂ ਹੋਇਆ ਕਰੂਗਾ? ਮੈਂ ਉਹਦੇ ਤੁਹਾਡੇ ਖਿਲਾਫ ਵੀ ਪੋਸਟਾਂ ਪਈਆਂ, ਕੰਟਰੋਵਰਸੀ ਵੀ ਹੋਈ ਕਿ ਨੂਰ ਦਾ ਘਰ ਜ਼ਰੂਰੀ ਨਹੀਂ ਸੀ, ਕਿਸੇ ਰਾਗੀ ਸਿੰਘ, ਗ੍ਰੰਥੀ ਸਿੰਘ ਦਾ ਘਰ ਬਣਾ ਦਿੰਦੇ ਬਾਬਾ ਜੀ। ਇਹ ਗੱਲ ਉੱਠਿਆ 2 ਮਹੀਨੇ ਹੋ ਗਏ ਜੀ। 2 ਮਹੀਨਿਆਂ ਦੇ ਵਿੱਚ ਕੋਈ ਪੰਜਾਬ ਦੀ ਇਹੋ ਜੀ ਸੰਸਥਾ, ਚਾਹੇ ਉਹ ਪ੍ਰਚਾਰਕਾਂ ਦੇ ਰੂਪ ਚ ਲਾ ਲਓ, ਚਾਹੇ ਉਹ ਤੁਸੀਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਮੈਂ ਉਹ ਨਾਮ ਕਿਸੇ ਦਾ ਕੀ ਲੈਣਾ, ਉਹ ਕੋਈ ਅੱਗੇ ਆਇਆ ਕਿ ਲਿਆਓ ਜੀ ਤੁਸੀਂ ਸਾਨੂੰ ਟਾਸਕ ਦਿਓ, ਅਸੀਂ 10 ਗ੍ਰੰਥੀਆਂ ਦੇ ਘਰ ਬਣਾਉਣੇ ਆ। ਹੋ ਗਿਆ, ਉਹ ਸੇਵਾ ਹੋ ਗਈ, ਗੱਲ ਖਤਮ ਹੋਈ। ਹਾਲਾਂਕਿ ਸਿਰਫ ਇੱਕ ਕੀਰਤਨੀ ਜਿਹੜੀ ਦੁਨੀਆ ਹੈ, ਰਾਗੀ ਸਿੰਘ, ਗ੍ਰੰਥੀ ਸਿੰਘ, ਕਿਆ ਇਹੀ ਸਿੱਖ ਕੌਮ ਹੈ? ਮੈਨੂੰ ਅਫਸੋਸ ਇਸ ਗੱਲ ਤੇ ਹੈ ਜਿੱਥੇ ਅਸੀਂ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਸਾਰਿਆਂ ਦੇ ਘਰ ਬਣਨੇ ਚਾਹੀਦੇ ਨੇ, ਉੱਥੇ ਇਹ ਵੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਪਿਛਲੇ 15 ਸਾਲ ਦੇ ਵਿੱਚ ਹਜ਼ਾਰਾਂ ਪਰਿਵਾਰ ਆਪਣੇ ਘਰ ਨੂੰ ਛੱਡ ਕੇ ਦੂਜੇ ਪਾਸੇ ਜਾ ਬੈਠੇ ਨੇ। ਬਿਲਕੁਲ, ਕੋਈ ਪ੍ਰਚਾਰਕ ਨਹੀਂ ਬੋਲਿਆ। ਕਿਉਂ ਸੁੱਤੇ ਪਏ ਨੇ ਸਾਡੇ ਪ੍ਰਚਾਰਕ? ਡਰਦੇ ਨੇ? ਕਿਆ ਉਹ ਜਿਹੜੀ ਕਮਿਊਨਿਟੀ ਇਹ ਕੰਮ ਕਰ ਰਹੀ ਹੈ ਉਹ ਕਮਿਊਨਿਟੀ ਬਹੁਤ ਪਾਵਰਫੁਲ ਹੈ? ਪੰਜਾਬ ਦੀ ਧਰਤੀ ਤੇ ਨਾ ਕੈਨੇਡਾ ਤੋਂ, ਨਾ ਅਮਰੀਕਾ ਤੋਂ, ਨਾ ਇੰਗਲੈਂਡ ਤੋਂ, ਨਾ ਯੂਰਪ ਤੋਂ ਕਿਤੋਂ ਕੋਈ ਗੋਰੇ ਆ ਕੇ ਪ੍ਰਚਾਰ ਨਹੀਂ ਕਰ ਰਹੇ। ਪਰ ਤੁਹਾਨੂੰ ਨਹੀਂ ਲੱਗਦਾ ਇਹ ਕਸੂਰ ਸਾਡੇ ਪ੍ਰਚਾਰਕਾਂ ਦਾ, ਸਾਡੀਆਂ ਸੰਸਥਾਵਾਂ ਦਾ ਰਹਿ ਗਿਆ? ਅਸੀਂ ਉਹਨਾਂ ਨੂੰ ਗੱਲ ਨਾਲ ਲਾਇਆ ਹੀ ਨਹੀਂ, ਲੋਕਾਂ ਨੂੰ ਅਸੀਂ ਉਹਨਾਂ ਨੂੰ ਸਿੱਖ ਮੰਨਦੇ ਹੀ ਨਹੀਂ। ਅੱਜ ਵੀ ਪੰਜਾਬ ਦੇ ਵਿੱਚ, ਮੈਂ ਮਾਫ ਕਰਨਾ, ਇੱਕ ਇਹੋ ਜਿਹਾ ਗੁਰੂ ਘਰ ਹੈ ਪੰਜਾਬ ਦੇ ਵਿੱਚ ਜਿੱਥੇ ਕਿ ਅਸੀਂ ਮਜਬੀ ਸਿੰਘਾਂ ਵਾਸਤੇ ਅਲੱਗ ਭਾਂਡੇ ਲਾਏ ਜਾਂਦੇ ਨੇ। ਅੱਜ ਵੀ ਸਾਡੇ ਪੰਜਾਬ ਦੇ ਵਿੱਚ ਇਹ ਜੱਟਾਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਲਵਾਣਿਆਂ ਦਾ ਗੁਰਦੁਆਰਾ, ਅਸੀਂ ਤਾਂ ਗੁਰੂ ਘਰ ਤੱਕ ਅਜੇ ਤੱਕ ਵੰਡੇ ਹੋਏ ਨੇ। ਅਸੀਂ ਕਿਹੜੇ ਵਿਕਾਸ ਦੀ ਗੱਲ ਕਰਦੇ ਹਾਂ? ਸਾਡੀ ਕੌਮ ਅਜੇ ਕਿੱਥੇ ਕੁ ਪਹੁੰਚੀ ਹੈ? ਅਸੀਂ ਇਤਿਹਾਸਿਕ ਸਥਾਨ ਬਣਦਾ ਹੈ, ਉੱਥੇ ਤਾਂ ਲੱਖਾਂ ਰੁਪਏ ਦਾ ਸਰੀਆ ਚੜਾਉਣ ਨੂੰ ਤਿਆਰ ਆ, ਟਰੱਕਾਂ ਦੇ ਟਰੱਕ ਛੱਡਣ ਨੂੰ ਤਿਆਰ ਆ, ਸੀਮੈਂਟ ਦੇ ਟਰੱਕਾਂ ਦੇ ਟਰੱਕ ਛੱਡਣ ਨੂੰ ਤਿਆਰ ਆ। ਅਸੀਂ ਆਮ ਸੁਣਨ ਨੂੰ ਮਿਲਦਾ ਇਤਿਹਾਸਿਕ ਸਥਾਨਾਂ ਤੇ ਕਿ ਜੀ ਉਹ ਇੱਕ ਟਰੱਕ ਸੀਮੈਂਟ ਦਾ ਕੋਈ ਛੱਡ ਗਿਆ, ਪਤਾ ਹੀ ਨਹੀਂ ਕੌਣ ਛੱਡ ਗਿਆ। ਲੇਕਿਨ ਉਸੇ ਇਨਸਾਨ ਦੇ ਗੁਆਂਢ ਦੇ ਵਿੱਚ ਜਾਂ ਉਹਦੀ ਰਿਸ਼ਤੇਦਾਰੀਆਂ ਦੇ ਵਿੱਚ ਕੋਈ ਮਾੜਾ, ਕੋਈ ਭੈਣ ਭਰਾ ਹੋਵੇ, ਉਹਦੀ ਮਦਦ ਕਰਨ ਨੂੰ ਕੋਈ ਤਿਆਰ ਨਹੀਂ। ਤੁਹਾਨੂੰ ਇਹੀ ਡਰ ਸੀਗਾ ਕਿ ਇਹ ਪਰਿਵਾਰ ਵੀ ਕਿਤੇ ਹੋਰ ਧਰਮਾਂ 'ਚ ਨਾ ਚਲੇ ਜਾਣ, ਤੁਸੀਂ ਤਾਂ ਕਰਕੇ ਇਹਨਾਂ ਦੀ ਮਦਦ ਕੀਤੀ, ਜਾਂ ਬਤੌਰ ਸਿੱਖ ਤੁਹਾਨੂੰ ਮਹਿਸੂਸ ਹੋਇਆ ਕਿ ਗਰੀਬ ਦੀ ਬਾਹ ਫੜਨੀ ਚਾਹੀਦੀ? ਦੋਨੋਂ ਗੱਲਾਂ ਸੀਗੀਆਂ ਜੀ। ਸਾਡੀ ਕੌਮ 'ਚ ਅਗਰ ਇਹ ਸੇਂਧਮਾਰੀ ਕੀਤੀ ਜਾ ਰਹੀ ਹੈ
ਤੇ ਸਾਨੂੰ ਤਾਂ ਕੋਈ ਫਰਕ ਪੈ ਹੀ ਨਹੀਂ ਰਿਹਾ। ਅਸੀਂ ਤਾਂ ਆਪਣੇ ਉਹੀ ਬਾਜੇ ਵਜਾਉਣ ਦੇ ਵਿੱਚ ਮਸਤ ਆ ਕਿ ਠੀਕ ਹੈ ਜੀ, ਕੀਰਤਨ ਕਰ ਲਓ ਔਰ ਆਪਣੀ ਗੱਲ ਕਹਿ ਲਓ ਸਟੇਜ ਦੇ ਉੱਤੇ। ਸਾਡਾ ਇੱਕ ਗਰੀਬ ਤਬਕਾ ਉਹ ਦੁੱਖ ਦੇ ਮਾਰੇ ਛੱਡ ਕੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਗਰੀਬ ਦਾ ਅੱਜ ਦੇ ਸਮੇਂ 'ਚ ਕੋਈ ਧਰਮ ਨਹੀਂ ਰਹਿ ਗਿਆ। ਹਰਿਆਣੇ ਤੇ ਪੰਜਾਬ ਦੀ ਤੁਸੀਂ ਕਿਹਾ ਗੱਲ ਨਹੀਂ ਹੈ, ਗੱਲ ਤਾਂ ਕੌਮ ਦੀ ਹੈ। ਫਿਰ ਇਹ ਰਲ ਕੇ ਜੋੜ ਕੇ ਮੋੜੋਗੇ ਕਿਵੇਂ ਸਾਰਿਆਂ ਨੂੰ ਵਾਪਸ? ਉਹ ਪੱਗਾਂ ਵਾਲਿਆਂ ਨੂੰ ਵਾਪਸ ਸਿੱਖ ਕੌਮ ਦੇ ਵੱਲ ਕਿਵੇਂ ਲਿਜਾਓਗੇ ਤੁਸੀਂ? ਇਹੀ ਕੰਮ ਕਿਤੇ ਅੱਜ ਤੋਂ 20 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਹੁੰਦੇ, ਪੰਜਾਬ ਦੇ ਸਾਰੇ ਧਾਰਮਿਕ ਆਗੂ ਇਹਨਾਂ ਸੇਵਾਵਾਂ 'ਚ ਲੱਗ ਜਾਂਦੇ, ਤੇ ਮੈਂ ਦਾਅਵੇ ਨਾਲ ਕਹਿਣਾ ਉਹ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਉਹਨਾਂ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਸੀ ਲੱਗਣੇ। ਨਾ ਪੰਜਾਬ 'ਚ ਪੈਰ ਲੱਗਣੇ ਸੀ, ਨਾ ਹਰਿਆਣੇ 'ਚ ਪੈਰ ਲੱਗਣੇ ਸੀ। ਜਦੋਂ ਇੱਕ ਕੌਮ ਆਪਣੀ ਕੌਮ ਬਾਂਹ ਨਾ ਫੜੇ, ਦੂਜੇ ਲੋਕ ਆ ਕੇ ਆਖਣ ਆਓ ਅਸੀਂ ਤੁਹਾਡੀ ਮਦਦ ਕਰਦੇ ਹਾਂ, ਅਸੀਂ ਤੁਹਾਡੇ ਬੱਚੇ ਫ੍ਰੀ ਪੜ੍ਹਾਉਂਦੇ ਹਾਂ। ਸਾਡੀ ਸਿੱਖ ਕੌਮ ਦੇ ਕੁਝ ਇਹੋ ਜਿਹੇ ਸਕੂਲ ਆਪਾਂ ਇੱਕ ਕੋਈ ਸ਼ਾਇਦ 2-4 ਹੋਣ ਜਿਹੜੇ ਕਿ ਇਸ ਰੂਪ 'ਚ ਚੱਲ ਰਹੇ ਹੋਣ ਕਿ ਅਸੀਂ ਅੰਮ੍ਰਿਤਧਾਰੀਆਂ ਦੇ ਬੱਚੇ ਫ੍ਰੀ ਪੜ੍ਹਾਵਾਂਗੇ, ਰਾਗੀ ਸਿੰਘਾਂ ਦੇ ਫ੍ਰੀ ਪੜ੍ਹਾਵਾਂਗੇ, ਗ੍ਰੰਥੀ ਸਿੰਘਾਂ ਦੇ ਫ੍ਰੀ ਪੜ੍ਹਾਵਾਂਗੇ। ਨਹੀਂ ਤਾਂ ਇੰਨੀਆਂ ਵੱਡੀਆਂ ਸੰਸਥਾਵਾਂ ਦੇ ਸਕੂਲ ਪਏ ਨੇ, ਪਰ ਉਹ ਸਭ ਤੋਂ ਮਹਿੰਗੇ ਨੇ। ਸਾਡੇ ਪ੍ਰਚਾਰਕਾਂ 'ਚ, ਸਾਡੀਆਂ ਸੰਸਥਾਵਾਂ 'ਚ ਬੜੀ ਵੱਡੀ ਇਹ ਕਮੀ ਰਹਿ ਗਈ। ਪਰ ਲੋਕਾਂ ਦੀ ਵੀ ਤਾਂ ਜ਼ਮੀਰ ਨਹੀਂ ਰਹੀ ਨਾ ਕਿ ਥੋੜਾ ਜਿਹਾ ਉਹਨਾਂ ਨੇ ਲਾਲਚ ਦੇਖਿਆ ਤੇ ਉਧਰ ਨੂੰ ਤੁਰ ਪਏ। ਦੇਖੋ, ਸਮਾਜ ਟਿਕਦਾ ਹੈ ਕਿਸੇ ਇੱਕ ਮਜ਼ਬੂਤ ਲੀਡਰ ਦੇ ਪਿੱਛੇ। ਨਹੀਂ ਹੈ ਸਾਡੇ ਕੋਲ ਲੀਡਰ, ਸਾਡੇ ਕੋਲ ਕੋਈ ਹੈ ਨਹੀਂ। ਪਰ ਗੁਰੂ ਸਾਹਿਬ ਤਾਂ ਹੈਗੇ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਗੁਰੂਆਂ ਦੀ ਜੋਤ ਸਾਡੇ ਕੋਲੇ ਹੈਗੇ ਐ, ਅਸੀਂ ਉਹਨਾਂ ਦੇ ਪਿੱਛੇ ਕਿਉਂ ਨਹੀਂ ਲੱਗਦੇ? ਉਹਦਾ ਕਾਰਨ ਇਹ ਹੈ ਜੀ ਕਿ ਸਾਡੇ ਅੰਦਰ ਇਤਨੀ ਸੋਝੀ ਨਹੀਂ, ਸਾਡੇ ਅੰਦਰ ਇਤਨੀ ਸਮਝ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਮਰਪਣ ਕਰ ਦਈਏ। ਇਹ ਸੋਝੀ ਕਿਹਨੇ ਦੇਣੀ ਹੈ? ਇਹ ਸੋਝੀ ਸਾਡੇ ਪ੍ਰਚਾਰਕਾਂ ਨੇ ਦੇਣੀ ਹੈ, ਜਿਹੜੇ ਸਾਡੇ ਧਰਮ ਦੇ ਆਗੂ ਨੇ ਉਹਨਾਂ ਨੇ ਦੇਣੀ ਹੈ। ਪਰ ਉਹ ਅੱਜ ਤਾਂ ਇੱਕ ਸਾਡਾ ਵਪਾਰ ਬਣ ਚੁੱਕਿਆ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਲੋਕਡਾਊਨ ਦੇ ਦਿਨਾਂ 'ਚ ਟਿਕਟੌਕ ਤੇ ਨੂਰ ਮਸ਼ਹੂਰ ਹੋਈ ਸੀ ਔਰ ਉਸ ਤੋਂ ਬਾਅਦ ਸਮਾਣੇ ਦੇ ਇੱਕ ਪਰਿਵਾਰ ਸੀ, ਸਮਾਣੇ ਦਾ, ਜਿੱਥੋਂ ਦੀ ਇੱਕ ਧੀ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ, ਅੰਮ੍ਰਿਤਧਾਰੀ ਸੀ ਔਰ ਪਾਪੜ ਵੇਚ ਕੇ ਆਪਦੇ ਘਰ ਦਾ ਗੁਜ਼ਾਰਾ ਕਰਦੀ ਸੀ। ਦੋਨਾਂ ਪਰਿਵਾਰਾਂ ਦੇ ਨਾਲ ਇੱਕ ਜੁੜੀ ਹੋਈ ਕੜੀ ਨੇ ਬਾਬਾ ਜਸਦੀਪ ਸਿੰਘ ਜੀ ਜਗਾਦਰੀ ਵਾਲੇ। ਉਹਨਾਂ ਨੇ ਪਹਿਲਾਂ ਨੂਰ ਦਾ ਘਰ ਬਣਵਾਇਆ, ਫਿਰ ਇਸ ਸਮਾਣੇ ਵਾਲੀ ਧੀ ਦਾ ਘਰ ਬਣਵਾਇਆ। ਕੰਟਰੋਵਰਸੀ ਵੀ ਹੋਈ, ਲੋਕਾਂ ਨੇ ਕਿਹਾ ਕਿ ਹੁਣ ਟਿਕਟੌਕ ਸਟਾਰਾਂ ਦੇ ਘਰ ਬਣਨਗੇ, ਪਰ ਨੂਰ ਦਾ ਪਰਿਵਾਰ ਅੰਮ੍ਰਿਤਧਾਰੀ ਹੋਇਆ। ਬਾਬਾ ਜੀ ਦੇ ਨਾਲ ਉਹਨਾਂ ਨੇ ਪ੍ਰੋਮਿਸ ਕੀਤਾ ਔਰ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਨੇ ਇਸ ਗੱਲ ਦੀ ਸ਼ਲਾਘਾ ਕੀਤੀ। ਉਹ ਆਏ ਵੀ ਆਪ, ਜਥੇਦਾਰ ਹਰਪ੍ਰੀਤ ਸਿੰਘ ਸਮਾਣੇ ਗਏ, ਨੀਂਹ ਪੱਥਰ ਰੱਖਿਆ। ਵੱਡਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਐਸੀ ਕੋਈ ਲਹਿਰ ਕਿਉਂ ਨਹੀਂ ਚੱਲਦੀ? ਜਿਹੜੇ ਲੋਕ ਇਹ ਸਵਾਲ ਕਰਦੇ ਨੇ ਕਿ ਰਾਗੀ ਸਿੰਘਾਂ ਦੇ ਜਾਂ ਪਾਠੀ ਸਿੰਘਾਂ ਦੇ ਘਰ ਬਣਵਾਏ ਜਾਣ, ਫਿਰ ਉਹ ਆਪ ਕਿਉਂ ਨਹੀਂ ਅੱਗੇ ਆਉਂਦੇ? ਕੋਈ ਪੰਜਾਬ 'ਚ ਕਿਉਂ ਨਹੀਂ ਅੱਗੇ ਆਉਂਦਾ? ਬਾਹਰੋਂ ਕਿਸੇ ਨੂੰ ਪੰਜਾਬ 'ਚ ਆ ਕੇ ਇਹ ਸੇਵਾ ਕਰਨੀ ਪੈ ਰਹੀ ਹੈ। ਅੱਜ ਬਾਬਾ ਜਸਦੀਪ ਸਿੰਘ ਜੀ ਸਾਡੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਤੁਹਾਨੂੰ ਉੱਥੋਂ ਪੰਜਾਬ ਆਉਣਾ ਪੈਂਦਾ ਹੈ, ਪੰਜਾਬ ਵਾਲੇ ਕਿੱਥੇ ਨੇ? ਇਹ ਤਾਂ ਜੀ ਹੁਣ ਪੰਜਾਬ ਵਾਲਿਆਂ ਨੂੰ ਸੋਚਣਾ ਪਊਗਾ ਕਿ ਉਹ ਕਿੱਥੇ ਨੇ। ਪਰ ਮੈਂ ਇਹ ਸਮਝਦਾ ਆਪਾਂ ਹਰਿਆਣੇ ਔਰ ਪੰਜਾਬ ਦੀ ਗੱਲ ਨਹੀਂ, ਗੱਲ ਤਾਂ ਕੌਮ ਦੀ ਹੈ। ਜਿਹੜੀ ਗੱਲ ਪੰਜਾਬ ਆਉਣ ਦੀ ਰਹੀ, ਉਹ ਤਾਂ ਇੱਕ ਸਡਨਲੀ ਇੱਕ ਐਸਾ ਸਬਬ ਬਣ ਗਿਆ ਕਿ ਚਲੋ ਤੁਹਾਡੇ ਹੀ ਚੈਨਲ ਦੇ ਉੱਤੇ ਉਹਨਾਂ ਦਾ ਇੰਟਰਵਿਊ ਦੇਖਿਆ ਔਰ ਜਿਵੇਂ ਕਿ ਮੈਂ ਪਹਿਲਾਂ ਵੀ ਸੰਗਤ 'ਚ ਜ਼ਿਕਰ ਕੀਤਾ ਕਿ ਉਹਦੀ ਮਾਤਾ ਨੇ ਕਿਹਾ ਸੀ ਕਿ ਅਸੀਂ ਸਿੱਖੀ ਵੱਲ ਜੁੜਨਾ ਚਾਹੁੰਦੇ ਹਾਂ। ਉਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਉਸ ਪਰਿਵਾਰ ਵੱਲ ਵਧੇ ਸੀ। ਸਾਡੇ ਮਨ 'ਚ ਉਹ ਗੱਲ ਸੁਣਦਿਆਂ ਇੱਕ ਖਿਆਲ ਆਇਆ ਕੁਦਰਤੀ ਤੌਰ 'ਤੇ ਕਿ ਜਿੱਦਾਂ ਪੰਜਾਬ ਦੇ ਵਿੱਚ ਹੁਣ ਤੱਕ ਹਜ਼ਾਰਾਂ ਹੀ ਹਜ਼ਾਰ ਪਰਿਵਾਰ ਜਿਹੜੇ ਨੇ ਉਹ ਆਪਣਾ ਧਰਮ ਛੱਡ ਕੇ ਇਹੋ ਜਿਹੇ ਲੋਕਾਂ ਵੱਲ ਜਾ ਚੁੱਕੇ ਨੇ ਜੋ ਪੜ੍ਹਾਈ ਦਾ ਲਾਲਚ ਦੇ ਕੇ, ਜੋ ਘਰ ਦੇ ਵਿੱਚ ਕੁਝ ਪੈਸੇ ਦਾ ਲਾਲਚ ਦੇ ਕੇ ਕੁਛ ਐਸਾ ਕਰ ਰਹੇ ਨੇ। ਪੰਜਾਬ ਸਾਰਾ ਜਾਣਦਾ ਹੈ, ਪੂਰੀ ਦੁਨੀਆ ਜਾਣਦੀ ਹੈ ਉਸ ਚੀਜ਼ ਨੂੰ ਕਿ ਵੀ ਕਿਤੇ ਇਹੋ ਜਿਹੇ ਲੋਕ ਉਸ ਪਰਿਵਾਰ 'ਚ ਪਹੁੰਚਣ, 1,50,000 ਰੁਪਏ ਦੀ ਇੱਕ ਆਫਰ ਦੇਣ। ਔਰ ਅੱਜ ਮੈਂ ਸਮਝਦਾ ਕਿ ਗਰੀਬ ਪਰਿਵਾਰ ਜਿਹੜਾ ਹੁੰਦਾ ਹੈ ਉਹਦਾ ਅੱਜ ਦੇ ਸਮੇਂ 'ਚ ਉਹਦਾ ਦੀਨ ਧਰਮ ਹੈ, ਉਹਦਾ ਰੋਟੀ ਕੱਪੜਾ ਤੇ ਮਕਾਨ। ਤੇ ਜੇ ਉਹ ਥੋੜਾ ਜਿਹਾ ਲਾਲਚ ਦੇਣ ਤੇ ਇਹ ਹੋ ਸਕਦਾ ਪਰਿਵਾਰ ਨੂੰ ਆਪਣੇ ਵੱਲ ਖਿੱਚ ਲੈਣ। ਤੇ ਚਲੋ ਸਾਡੇ ਭੈਣ ਭਰਾ ਨੇ, ਸਾਡੇ ਗੁਰੂ ਦੇ ਮੰਨਣ ਵਾਲੇ ਨੇ, ਕਿਉਂ ਨਾ ਆਪਾਂ ਜਾ ਕੇ ਖੜੀਏ। ਉਸ ਭਾਵਨਾ ਨੂੰ ਉੱਥੇ ਚਲੇ ਗਏ ਔਰ ਉਹ ਚੀਜ਼ ਇਤਨੀ ਜ਼ਿਆਦਾ ਸੰਗਤ ਦੇ ਵਿੱਚ ਸਪਰੈਡ ਕਰ ਗਈ ਕਿ ਚਲੋ ਸਾਰੀ ਦੁਨੀਆ ਇਸ ਗੱਲ ਤੋਂ ਜਾਣੂ ਹੋਈ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਡੇਰਾਵਾਦ ਦੇ ਵੱਲ ਜਾਂ ਹੋਰ ਧਰਮਾਂ ਦੇ ਲੋਕ ਜੋ ਲਾਲਚ ਦੇ ਕੇ ਧਰਮ ਪਰਿਵਰਤਨ ਕਰਾ ਲੈਂਦੇ ਆ ਜੀ,
ਇਸ ਕਰਕੇ ਜਾਂਦੇ ਆ ਕਿ ਉਹਨਾਂ ਨੂੰ ਕੋਈ ਲਾਲਚ ਹੁੰਦਾ ਹੈ ਜਾਂ ਮਜਬੂਰੀ ਬਣ ਜਾਂਦੀ ਹੈ? ਲਾਲਚ ਨਹੀਂ, ਇੱਕ ਮਜਬੂਰੀ ਹੁੰਦੀ ਹੈ ਜੀ। ਤੁਹਾਨੂੰ ਪਤਾ ਹੀ ਅੱਜ ਭੌਤਿਕ ਯੁੱਗ ਹੈ। ਅੱਜ ਹਰ ਇੱਕ ਚੀਜ਼ ਦੀ ਘਰ 'ਚ ਜ਼ਰੂਰਤ ਹੁੰਦੀ ਆ। ਆਂਢ ਗੁਆਂਢ 'ਚ ਲੋਕ ਦੇਖਦੇ ਨੇ, ਰਿਸ਼ਤੇਦਾਰੀਆਂ 'ਚ ਦੇਖਦੇ ਨੇ ਕਿ ਸੌਖਾ ਜ਼ਿੰਦਗੀ ਜੀ ਰਹੇ ਨੇ, ਸਾਨੂੰ 2 ਟਾਈਮ ਦੀ ਰੋਟੀ ਵੀ ਚੱਜ ਦੀ ਨਸੀਬ ਨਹੀਂ ਹੁੰਦੀ। ਤਾਂ ਇੱਕ ਜਿਹੜਾ ਮਨ ਦੇ ਵਿੱਚ ਇੱਕ ਮਜਬੂਰੀ ਹੁੰਦੀ ਹੈ ਕਿ ਯਾਰ ਕਿਤੋਂ ਸਹਾਰਾ ਲੱਗੇ, ਨੌਕਰੀਆਂ ਨਹੀਂ, ਰੁਜ਼ਗਾਰ ਨਹੀਂ, ਇੱਕ ਗਰੀਬ ਬੰਦਾ ਕਿੱਥੇ ਜਾਏ। ਤਾਂ ਮੈਂ ਤਾਂ ਇਹੀ ਸੋਚਦਾ ਕਿ ਯਾਰ ਸਾਡੀ ਕੌਮ ਨੂੰ ਜਾਗਣਾ ਚਾਹੀਦਾ ਹੈ, ਸਾਡੇ ਕੌਮ ਦੇ ਪ੍ਰਚਾਰਕਾਂ ਨੂੰ ਜਾਗਣਾ ਚਾਹੀਦਾ ਹੈ। ਕੌਮ ਦੀਆਂ ਵੱਡੀਆਂ ਵੱਡੀਆਂ ਧਾਰਮਿਕ ਸ਼ਖਸੀਅਤਾਂ ਨੇ ਜਿਨ੍ਹਾਂ ਕੋਲ ਫੰਡ ਦੀ ਕੋਈ ਕਮੀ ਨਹੀਂ, ਉਹ ਕਿਉਂ ਨਹੀਂ ਅੱਗੇ ਆਉਂਦੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਸਾਡੀ ਕੌਮ ਚੁਣੇ। ਆਪਾਂ ਕਿਸੇ ਹਿੰਦੂ ਭਰਾ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਸਾਡੇ ਵੱਲ ਆਓ, ਜਾਂ ਕਿਸੇ ਮੁਸਲਮਾਨ ਨੂੰ ਆਪਾਂ ਕਹਿ ਰਹੇ ਕਿ ਤੁਸੀਂ ਸਾਡੇ ਵੱਲ ਆਓ। ਅਸੀਂ ਆਪਣਿਆਂ ਨੂੰ ਕਹਿ ਰਹੇ ਹਾਂ ਕਿ ਅਸੀਂ ਆਪਣੇ ਭੈਣ ਭਰਾਵਾਂ ਦੀ ਬਾਂਹ ਤੇ ਫੜ ਹੀ ਸਕਦੇ ਹਾਂ ਨਾ ਜੀ। ਪਿਛਲੇ 20 ਸਾਲ ਦੇ ਵਿੱਚ, 25 ਸਾਲ ਦੇ ਵਿੱਚ ਬਹੁਤ ਪ੍ਰਚਾਰ ਸਾਡੀ ਕੌਮ ਦੇ ਵਿੱਚ ਹੋਇਆ। ਸਾਡੇ ਪ੍ਰਚਾਰਕਾਂ ਨੇ ਦਾਅਵੇ ਕੀਤੇ, ਸੰਤਾਂ ਨੇ, ਮਹਾਂਪੁਰਸ਼ਾਂ ਨੇ, ਬਾਬਿਆਂ ਨੇ ਬਹੁਤ ਦਾਅਵੇ ਕੀਤੇ ਕਿ ਵੀ ਇੰਨੇ ਹਜ਼ਾਰ ਬੰਦੇ ਨੂੰ ਉਮਰ ਛਕਾਤਾ, ਇੰਨੇ ਲੱਖ ਬੰਦੇ ਨੂੰ ਉਮਰ ਛਕਾਤਾ। ਇੱਕ ਆਮ ਕਾਮਨ ਮੈਨ ਨੂੰ ਆਪਾਂ ਅੰਮ੍ਰਿਤ ਛਕਾਇਆ, ਜਿਹਦੀ ਕੋਈ ਇਤਨੀ ਜ਼ਿਆਦਾ ਡੂੰਘੀ ਸੋਚ ਨਹੀਂ, ਸਵਾਲ ਨਹੀਂ। ਹੁਣ ਹਾਲਾਂਕਿ ਪਿਛਲੇ 2-3 ਸਾਲ 'ਚ ਲੋਕ ਕਾਫੀ ਅਵੇਅਰ ਹੋਏ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਜਾਂ ਹੋਰ ਤਰੀਕੇ ਨਾਲ। ਕੁਝ ਪ੍ਰਚਾਰਕ ਜਗਾ ਰਹੇ ਨੇ ਕੌਮ ਨੂੰ। ਪਰ ਮੈਂ ਇਸ ਗੱਲ ਤੇ ਸਵਾਲ ਇਹ ਆਪਣੀ ਕੌਮ ਦੇ ਅੱਗੇ ਰੱਖਣਾ ਚਾਹੁੰਦਾ ਕਿ ਇੱਕ ਆਮ ਬੰਦੇ ਨੂੰ ਤਾਂ ਅਸੀਂ ਆਪਣੇ ਵੱਲ ਆਪਣੀਆਂ ਪ੍ਰਭਾਵ ਲੈ ਕੇ ਉਹਨੂੰ ਆਪਣੇ ਵੱਲ ਖਿੱਚ ਲੈਂਦੇ ਹਾਂ, ਲੇਕਿਨ ਤੁਸੀਂ ਸ਼ਾਇਦ ਜਾਣਦੇ ਹੋ ਕਿ ਸਾਡੀ ਕੌਮ ਦਾ ਇੱਕ ਬਹੁਤ ਅੱਛਾ ਕੀਰਤਨੀਆ ਸੀ ਜਿਹੜਾ 25 ਸਾਲ ਪਹਿਲਾਂ, ਮੈਂ ਉਹਦਾ ਇੱਕ ਐਜ਼ ਪਰ ਸਿੱਖ ਬਹੁਤ ਸਤਿਕਾਰ ਕਰਦਾ, ਕਿਉਂਕਿ ਜਿਹਦੇ ਮੂੰਹ ਤੇ ਪੂਰਾ ਦਾੜਾ ਪ੍ਰਕਾਸ਼ ਨਹੀਂ, ਜਾਂ ਜਿਹਦੇ ਸਿਰ ਤੇ ਪੱਗ ਨਹੀਂ, ਜਾਂ ਜਿਹੜਾ ਅੰਮ੍ਰਿਤਧਾਰੀ ਨਹੀਂ ਹੈ, ਤਾਂ ਉਹ ਵੀ ਗੁਰੂ ਦਾ ਮੰਨਣ ਵਾਲਾ ਹੈ ਨਾ ਜੀ। ਤੁਸੀਂ ਮੰਨਦੇ ਹੋ? ਮੈਂ ਮੰਨਦਾ। ਤੁਸੀਂ ਸਹਿਜਧਾਰੀ ਸਿੱਖਾਂ ਨੂੰ ਸਿੱਖ ਮੰਨਦੇ ਹੋ? ਮੈਂ ਜਿਹੜਾ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦਾ ਉਸ ਨੂੰ ਮੈਂ ਸਿੱਖ ਕੌਮ ਦੇ ਵਿੱਚ ਮੰਨਦਾ, ਮੈਂ ਉਹਦੀ ਰਿਸਪੈਕਟ ਕਰਦਾ। ਅਸੀਂ ਕੋਈ ਨਹੀਂ ਹੁੰਦੇ, ਕੋਈ ਵੀ ਕੁਝ ਨਹੀਂ ਇਸ ਚੀਜ਼ ਦਾ ਹੱਕ ਰੱਖਦਾ ਕਿ ਕਿਸੇ ਤੇ ਕਿੰਤੂ ਪਰੰਤੂ ਕਰੇ, ਕਿਉਂਕਿ ਇੱਕ ਅੰਮ੍ਰਿਤਧਾਰੀ ਜੀਵਨ ਇੱਕ ਅਲੱਗ ਚੀਜ਼ ਹੈ, ਲੇਕਿਨ ਇੱਕ ਗੁਰੂ ਦੇ ਪ੍ਰਤੀ ਆਸਥਾ ਰੱਖਣੀ ਉਹ ਤਾਂ ਇੱਕ ਹਿੰਦੂ ਵੀ ਰੱਖ ਸਕਦਾ, ਮੁਸਲਮਾਨ ਵੀ ਰੱਖ ਸਕਦਾ, ਤੇ ਸਾਡਾ ਸਾਰਿਆਂ ਦਾ ਹੱਕ ਬਰਾਬਰ ਬਣਦਾ। ਸਾਨੂੰ ਉਂਗਲ ਚੁੱਕਣ ਤੇ ਕੋਈ ਹੱਕ ਨਹੀਂ। ਤੇ ਮੈਂ ਜ਼ਿਕਰ ਕਰ ਰਿਹਾ ਜੀ, ਸਾਡੇ ਬਹੁਤ ਇੱਕ ਮਾਣਯੋਗ ਇਸ ਵੇਲੇ ਉਹਨੂੰ ਸਿੰਗਰਾਂ ਦੀ ਦੁਨੀਆ ਦੇ ਵਿੱਚ ਉਹ ਵੱਡਾ ਨਾਮ ਨੇ, ਦਲੇਰ ਮਹਿੰਦੀ ਸਾਹਿਬ ਦਾ। ਅੱਜ ਤੋਂ 25 ਸਾਲ ਪਹਿਲਾਂ ਆਪਾਂ ਅੰਦਾਜ਼ਾ ਕਰੀਏ ਕਿ 25-26 ਸਾਲ ਹੋ ਗਏ ਉਹਨਾਂ ਨੂੰ ਇਸ ਦੁਨੀਆ 'ਚ ਆਏ, ਸਿੰਗਿੰਗ ਦੀ ਦੁਨੀਆ ਵਿੱਚ। ਪਰ ਪਹਿਲਾਂ ਉਹ ਗੁਰੂ ਘਰ ਦੇ ਕੀਰਤਨੀਏ ਸੀ। ਅੱਛਾ। ਦਲੇਰ ਸਿੰਘ ਕਰਕੇ ਉਹ ਬੜਾ ਇੱਕ ਸੁਚੱਜਾ ਔਰ ਸੁਚੱਜੇ ਢੰਗ ਨਾਲ ਕੀਰਤਨ ਕਰਦੇ ਸੀ। ਫਿਰ ਤੁਸੀਂ ਉਹਨਾਂ ਦਾ ਦੇਖੋ ਸੋਸ਼ਲ ਮੀਡੀਆ ਤੇ ਵੀਡੀਓ ਹੈਗਾ। ਪਹਿਲਾਂ ਕੀਰਤਨ ਕਰਦੇ ਸੀ ਦਲੇਰ ਮਹਿੰਦੀ, ਕੀਰਤਨ ਰਾਗੀ ਜੱਥਾ ਸੀ ਜੀ। ਔਰ ਉਦੋਂ ਫਿਰ ਉਹਨਾਂ ਦਾ ਬਾਣਾ ਵੀ ਉਹੋ ਜਿਹਾ ਹੋਣਾ? ਬਿਲਕੁਲ, ਬਾਣਾ ਵੀ ਉਹੋ ਜਿਹਾ ਹੀ ਹੋਏਗਾ ਜੀ। ਔਰ ਉਹ ਉਸ ਦੇ ਨਾਲ ਦੱਸਦੇ ਨੇ, ਉਹ ਆਪ ਉਹਨਾਂ ਦੀ ਮੈਂ ਇੱਕ ਦਿਨ ਵੀਡੀਓ ਦੇਖੀ, ਉਹ ਆਪ ਦੱਸਦੇ ਨੇ ਕਿ ਮੈਨੂੰ ਸਿੰਗਿੰਗ ਦਾ ਵੀ ਸ਼ੌਂਕ ਸੀ। ਕਿਸੇ ਵਿਆਹ ਸ਼ਾਦੀ ਦੇ ਵਿੱਚ ਉਹਨਾਂ ਨੇ ਫੇਰੇ ਲਾਵਾਂ ਪੜ੍ਹਾਏ ਤੇ ਉਹਦੇ ਵਿੱਚ ਉਹਨਾਂ ਨੂੰ ਬੜਾ 5-4 ਘੰਟੇ ਇੰਤਜ਼ਾਰ ਕਰਨਾ ਪਿਆ। ਫਿਰ ਉਹਦੇ ਵਿੱਚ ਉਹਨਾਂ ਦਾ ਸਤਿਕਾਰਯੋਗ ਜੋ ਭੇਟਾ ਉਹਨੂੰ ਮਿਲਣੀ ਚਾਹੀਦੀ ਸੀ ਉਹ ਵੀ ਨਹੀਂ ਮਿਲੀ ਢੰਗ ਤਰੀਕੇ ਨਾਲ। ਔਰ ਸ਼ਾਮ ਨੂੰ ਕਹਿੰਦੇ ਨੇ ਮੈਂ ਉਸੇ ਵਿਆਹ ਵਿੱਚ ਸ਼ਾਮੀ ਪਾਰਟੀ ਦੇ ਵਿੱਚ ਗਾਇਆ, ਉੱਥੇ ਮੇਰੇ ਉੱਤੇ ਉਹਨਾਂ ਨੇ ਹਰ ਕਿਸਮ ਦਾ ਉਹਨਾਂ ਨੇ ਮਾਣ ਸਤਿਕਾਰ ਕੀਤਾ ਔਰ ਨੋਟ ਵਰਸਾਏ। ਤੇ ਮੈਂ ਉਸੇ ਦਿਨ ਤੋਂ ਹੀ ਮੇਰੇ ਦਿਮਾਗ ਵਿੱਚ ਉਹ ਉਸ ਪਾਸੇ ਤੁਰ ਗਏ। ਮੈਂ ਇਹ ਸਵਾਲ ਕਰਦਾ ਕਿ ਪਿਛਲੇ 20-25 ਸਾਲ ਦੇ ਵਿੱਚ ਇਤਨਾ ਪ੍ਰਚਾਰ ਹੋਇਆ ਹੈ, ਅਸੀਂ ਦਲੇਰ ਮਹਿੰਦੀ ਸਾਹਿਬ ਨੂੰ ਵਾਪਸ ਕੀਰਤਨ ਦੀ ਦੁਨੀਆ 'ਚ ਨਹੀਂ ਲਿਆ ਸਕੇ। ਕੋਈ ਐਸਾ ਮਹਾਂਪੁਰਸ਼, ਕੋਈ ਐਸਾ ਪ੍ਰਚਾਰਕ, ਉਹਦਾ ਕੋਈ ਪ੍ਰਭਾਵ ਉਹਨਾਂ ਲੋਕਾਂ ਤੇ ਨਹੀਂ ਪਿਆ। ਐਡੇ ਐਡੇ ਪ੍ਰਚਾਰਕ ਆਪਣਾ ਦਾਅਵਾ ਕਰਦੇ ਰਹੇ ਨੇ ਕੌਮ 'ਚ 25-30 ਸਾਲਾਂ ਦੇ ਵਿੱਚ ਕਿ ਅਸੀਂ ਇਹ ਕਰਤਾ, ਅਸੀਂ ਉਹ ਕਰਤਾ, ਅਸੀਂ ਇਹ ਕਰਤਾ, ਉਹ ਕਰਤਾ, ਲੇਕਿਨ ਦਲੇਰ ਮਹਿੰਦੀ ਸਾਹਿਬ ਦੇ ਦਿਲ ਤੇ ਕੋਈ ਅਸਰ ਨਹੀਂ ਪਾ ਸਕਿਆ ਕਿ ਉਹ ਫਿਰ ਉਹਨਾਂ ਨੂੰ ਦੁਬਾਰਾ ਕੀਰਤਨ ਦੀ ਦੁਨੀਆ ਦੇ ਵਿੱਚ ਲਿਆਇਆ ਜਾ ਸਕੇ। ਉਹਨਾਂ ਨੇ ਇੱਕ ਗਾਇਕੀ ਦੀ ਦੁਨੀਆ 'ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਔਰ ਸਿੱਖ ਕੌਮ 'ਚ ਬੜਾ ਉਹਨਾਂ ਨੇ ਪਿਆਰ ਤੇ ਰਿਸਪੈਕਟ ਹਾਸਲ ਕੀਤੀ ਹੈ। ਉਹਨਾਂ ਨੇ ਬਹੁਤ ਐਸੇ, ਜਿਵੇਂ 300 ਸਾਲ ਗੁਰੂ ਦੇ ਨਾਲ ਉਹਨਾਂ ਦਾ ਗਾਇਆ ਇਹ ਜਿਹੜਾ ਗੀਤ ਹੈ, ਇਹ ਸਾਰੀ ਕੌਮ ਦੇ ਵਿੱਚ ਬੜਾ ਪਸੰਦ ਕੀਤਾ ਗਿਆ। ਔਰ ਉਹ ਇਹੋ ਜਿਹੇ ਸ਼ਬਦਾਂ ਦੀ ਉਹ ਨਿਸ਼ਕਾਮ ਸੇਵਾ ਉਹਨਾਂ ਨੇ ਕੀਤੀਆਂ ਨੇ। ਉਹਨਾਂ ਦੇ ਮਨ 'ਚ ਗੁਰੂ ਦੇ ਪ੍ਰਤੀ ਬਹੁਤ ਪਿਆਰ ਹੈ। ਤੁਹਾਨੂੰ ਕੀ ਲੱਗਦਾ ਹੈ, ਰਾਗੀ ਸਿੰਘਾਂ ਨੂੰ, ਕੀਰਤਨੀ ਜਥਿਆਂ ਨੂੰ ਵੱਧ ਮਾਇਆ ਮਿਲਣੀ ਚਾਹੀਦੀ ਹੈ ਜਿਵੇਂ ਸਿੰਗਰਾਂ ਨੂੰ ਮਿਲਦੀ ਹੈ, ਜਾਂ ਸਤਿਕਾਰ ਦੀ ਗੱਲ ਹੁੰਦੀ ਹੈ ਕਿ ਸਤਿਕਾਰ ਆਪਣੀ ਥਾਂ ਹੈ ਔਰ ਮਾਇਆ ਆਪਣੀ ਥਾਂ ਹੈ? ਬਿਲਕੁਲ, ਸਤਿਕਾਰ ਆਪਣੀ ਥਾਂ ਹੈ, ਲੇਕਿਨ ਜਿਹੜੀ ਗੁਜ਼ਰ ਬਸਰ ਹੈ
ਉਹ ਤਾਂ ਪੈਸੇ ਨਾਲ ਹੀ ਹੋਣੀ ਹੈ। ਉਹ ਵੀ ਚਾਹੁੰਦੇ ਨੇ ਸਾਡੇ ਬੱਚੇ ਅੱਛੇ ਸਕੂਲਾਂ 'ਚ ਪੜ੍ਹਨ, ਅਸੀਂ ਅੱਛੀ ਰਿਹਾਇਸ਼ਾਂ ਦੇ ਵਿੱਚ ਰਹੀਏ, ਸਾਡੇ ਕੋਲ ਵੀ ਸੁੱਖ ਸਾਧਨ ਹੋਣ। ਤੇ ਜਦੋਂ ਇੱਕ ਸਿੰਗਰ ਦੀ ਗੱਲ ਆਉਂਦੀ ਆ, ਉੱਥੇ 5-7-10 ਲੱਖ ਨੂੰ ਅਸੀਂ ਕੁਝ ਸਮਝਦੇ ਨਹੀਂ। ਲੇਕਿਨ ਜਦੋਂ ਵਿਆਹ ਦੇ ਵਿੱਚ ਕੋਈ ਕੀਰਤਨੀ ਜੱਥਾ ਸੱਦਣਾ ਹੁੰਦਾ ਜਾਂ ਜਿਨ੍ਹਾਂ ਨੇ ਲਾਵਾਂ ਫੇਰੇ ਕਰਾਣੇ ਹੁੰਦੇ ਨੇ, ਉਹਨਾਂ ਨੂੰ ਅਸੀਂ 1100 2100 3100 ਤੋਂ ਉੱਪਰ ਦੇਣਾ ਪਸੰਦ ਨਹੀਂ ਕਰਦੇ। ਰਾਗੀ ਸਿੰਘਾਂ ਨੂੰ ਅਸੀਂ 21-31 ਰੁਪਈਆ ਉਹ ਮੰਗ ਲੈਣ ਤੇ ਅਸੀਂ ਸੋਚਦੇ ਹਾਂ ਕਿ ਨਹੀਂ ਯਾਰ, ਇਹਨਾਂ ਨੇ ਤੇ ਬਿਜ਼ਨਸ ਬਣਾ ਲਿਆ। ਤੇ ਉਸੇ ਵਿਆਹ ਦੇ ਵਿੱਚ ਕਿਸੇ ਸਿੰਗਰ ਨੇ ਆਣਾ ਹੋਵੇ ਤੇ ਉਹਦੇ ਉੱਤੇ ਅਸੀਂ 2-4 ਘੰਟੇ ਵਾਸਤੇ ਲੱਖਾਂ ਰੁਪਈਆ ਉਡਾ ਦਿੰਨੇ ਆ। ਫਿਰ ਬਾਬਾ ਜੀ ਇਹ ਬੈਲੈਂਸ ਕੌਣ ਕਰੂਗਾ ਕਿ ਇੱਕ ਗੁਰੂ ਘਰ ਦੀ ਸੇਵਾ ਕਰਨੀ ਹੈ ਜਾਂ ਫਿਰ ਉਸ ਨੂੰ ਬਿਜ਼ਨਸ ਬਣਾ ਲੈਣਾ? ਇਹ ਬੈਲੈਂਸ ਤਾਂ ਫਿਰ ਜੀ ਜਿਹੜੇ ਆਮ ਕਾਮਨ ਮੈਨ ਹੈ, ਉਹਦੇ ਸੱਦੇ ਤੇ ਕੀਰਤਨੀਏ ਨੇ ਆਉਣਾ, ਉਹਦੇ ਸੱਦੇ ਤੇ ਸਿੰਗਰ ਨੇ ਆਉਣਾ। ਸੰਗਤ ਰੂਪ ਹੀ ਸਭ ਤੋਂ ਵੱਡੀ ਗੱਲ ਹੈ। ਇਹ ਆਮ ਬੰਦੇ ਨੇ ਸੋਚਣਾ ਹੈ ਕਿ ਮੈਂ ਜਿੱਥੇ ਉਹਨਾਂ ਦੀ ਲੋੜ ਹੈ ਉਹਨਾਂ ਦਾ ਸਤਿਕਾਰ ਉਸ ਤਰੀਕੇ ਨਾਲ ਕੀਤਾ ਜਾਏ, ਔਰ ਜਿੱਥੇ ਉਹਨਾਂ ਦੀ ਜ਼ਰੂਰਤ ਹੈ ਸਿੰਗਰਾਂ ਦੀ, ਉਹਨਾਂ ਦੀ ਵੀ ਅਗਰ ਕੋਈ ਜ਼ਰੂਰਤ ਹੈ ਤੁਸੀਂ ਉੱਥੇ ਉਹਨਾਂ ਦਾ ਵੀ ਮਾਣ ਰੱਖੋ। ਪਰ ਜਿਹੜਾ ਦਰਜਾ ਹੈ ਉਹ ਕੀਰਤਨੀਏ ਦਾ ਹੀ ਉੱਤੇ ਰਹਿਣਾ ਹੈ, ਕਿਉਂਕਿ ਉਹਨੇ ਗੁਰੂ ਨਾਲ ਜੋੜਨਾ, ਉਹਨੇ ਗੁਰੂ ਦਾ ਜਸ ਗਾਣਾ, ਉਹਨੇ ਸਾਡੀ ਜ਼ਿੰਦਗੀ 'ਚ ਸਿੰਗਰ ਨੂੰ ਬੁਲਾਏ ਬਗੈਰ ਕੰਮ ਚੱਲ ਸਕਦਾ। ਬਹੁਤ ਵਿਆਹ ਸ਼ਾਦੀਆਂ ਨੇ ਉਹ ਨਹੀਂ ਕੋਈ ਬੁਲਾਉਂਦਾ, ਨਹੀਂ ਪੁੱਜ ਪੈਂਦਾ, ਉਹਨਾਂ ਬਗੈਰ ਸਰ ਸਕਦਾ। ਪਰ ਆਨੰਦ ਕਾਰਜ ਤਾਂ ਰਾਗੀ ਸਿੰਘਾਂ ਬਗੈਰ ਨਹੀਂ ਸਰ ਸਕਦਾ, ਗ੍ਰੰਥੀ ਸਿੰਘਾਂ ਬਗੈਰ ਨਹੀਂ ਸਰ ਸਕਦਾ। ਉਹ ਚਾਹੇ ਇੱਕ ਕਰੋੜਪਤੀ ਅਰਬਪਤੀ ਪਰਿਵਾਰ ਦੇ ਵਿੱਚ ਆਨੰਦ ਕਾਰਜ ਨੇ, ਭਾਵੇਂ ਇੱਕ ਗਰੀਬ ਦਾ ਆਨੰਦ ਕਾਰਜ ਹੈ। ਪਰ ਇਹ ਤੁਸੀਂ ਇੱਥੇ ਟੋਕ ਰਹੇ ਆ, ਜਦੋਂ ਕਿਸੇ ਦਾ ਕੋਈ ਜਨਮ ਹੋਣਾ ਉਦੋਂ ਵੀ ਅਸੀਂ ਅਖੰਡ ਪਾਠ ਸਾਹਿਬ ਕਰਾਉਣੇ ਆ ਜਾਂ ਪਾਠ ਕਰਾਉਣੇ ਆ, ਜਾਂ ਉਦੋਂ ਵੀ ਸਾਨੂੰ ਰਾਗੀ ਸਿੰਘ ਕੀਰਤਨੀਏ ਦੀ ਜ਼ਰੂਰਤ ਹੈ। ਸਾਡੀ ਮੌਤ ਤੇ ਵੀ ਸਾਨੂੰ ਜ਼ਰੂਰਤ ਪੈਂਦੀ ਹੈ, ਸਾਡਾ ਭੋਗ ਉਹਨਾਂ ਨੇ ਪਾਉਣਾ ਹੁੰਦਾ ਹੈ। ਗਰੀਬ ਬੰਦਾ ਜੇ ਉਹ ਇੰਨੇ ਪੈਸੇ ਕੀਰਤਨੀ ਸਿੰਘ ਜਾਂ ਪਾਠੀ ਸਿੰਘਾਂ ਨੂੰ ਦੇਣ ਲੱਗ ਜਾਣਗੇ ਤਾਂ ਫਿਰ ਗਰੀਬ ਦਾ ਮਰਨਾ ਤੇ ਜੰਮਣਾ ਕਿਵੇਂ ਹੋਇਆ ਕਰੂਗਾ? ਮੈਂ ਉਹਦੇ 'ਚ ਇੱਕ ਬੇਨਤੀ ਕਰਾਂ, ਇੱਥੇ ਹੁਣ ਸਾਡੇ ਕੀਰਤਨੀਆਂ ਨੂੰ ਥੋੜਾ ਜਿਹਾ ਦੇ ਉੱਤੇ ਉਹਨਾਂ ਨੂੰ ਵੀ ਇੱਕ ਨੀਤੀ ਬਣਾ ਕੇ ਚੱਲਣਾ ਪਏਗਾ ਕਿ ਜੇ ਅਮੀਰ ਘਰਾਂ ਤੋਂ, ਸੌਖੇ ਘਰਾਂ ਤੋਂ, ਰੱਜੇ ਪੁੱਜੇ ਘਰਾਂ ਤੋਂ ਇੱਕ ਅੱਛੀ ਭੇਟਾ ਉਹਨਾਂ ਨੂੰ ਮਿਲਦੀ ਹੈ ਤੇ ਉਹਨਾਂ ਨੂੰ ਵੀ ਇੱਕ ਦਸਵੰਧ ਦੇ ਰੂਪ 'ਚ ਸੋਚ ਕੇ ਚੱਲਣਾ ਚਾਹੀਦਾ ਕਿ ਮੈਂ ਕਿਸੇ ਲੋੜਵੰਦ ਪਰਿਵਾਰ ਦੇ ਘਰ ਅਗਰ ਕੀਰਤਨ ਕਰਨਾ ਹੈ ਤੇ ਮੇਰੀ ਉੱਥੇ ਆਹ ਸੇਵਾ ਜਿਹੜੀ ਹੈ, ਸੇਵਾ ਦੇ ਰੂਪ ਦੇ ਵਿੱਚ ਉਹ ਹਾਜ਼ਰੀ ਕਿ ਠੀਕ ਹੈ ਜੀ, ਸਾਨੂੰ ਇੱਕ ਜੋ ਸਰਦਾ ਪੁਰਦਾ ਉਹ ਇਹ ਤੇ ਬੈਲੈਂਸ ਸਾਨੂੰ ਸਾਰੇ ਪੱਖਾਂ ਤੋਂ, ਇੱਕ ਸੰਗਤ ਨੂੰ ਵੀ ਇਹ ਬੈਲੈਂਸ ਬਣਾ ਕੇ ਚੱਲਣਾ ਪਏਗਾ, ਔਰ ਸਾਡੇ ਕੀਰਤਨ ਦੀ ਦੁਨੀਆ ਦੇ ਜਿਹੜੇ ਚਾਹੇ ਉਹ ਰਾਗੀ ਸਿੰਘ ਨੇ, ਢਾਡੀ ਸਿੰਘ ਨੇ, ਗ੍ਰੰਥੀ ਸਿੰਘ ਨੇ, ਉਹਨਾਂ ਨੂੰ ਵੀ ਇਹ ਚੀਜ਼ਾਂ ਵਿਚਾਰ ਕੇ। ਪਿਛਲੇ ਦਿਨ ਤੁਸੀਂ ਵੀ ਸੁਣਿਆ ਹੋਣਾ ਕਿ ਬੜੀ ਆਵਾਜ਼ ਚੱਲੀ ਕਿ ਜੀ ਗ੍ਰੰਥੀ ਸਿੰਘਾਂ ਦੇ ਘਰ ਜਿਹੜੇ ਨੇ ਉਹ ਵੀ, ਉਹਨਾਂ ਦੀ ਵੀ ਹਾਲਤ ਮਾੜੀ ਹੈ। ਤੁਹਾਡੇ ਖਿਲਾਫ ਵੀ ਪੋਸਟਾਂ ਪਈਆਂ, ਕੰਟਰੋਵਰਸੀ ਵੀ ਹੋਈ ਕਿ ਨੂਰ ਦਾ ਘਰ ਜ਼ਰੂਰੀ ਨਹੀਂ ਸੀ, ਕਿਸੇ ਰਾਗੀ ਸਿੰਘ ਗ੍ਰੰਥੀ ਸਿੰਘ ਦਾ ਘਰ ਬਣਾ ਦਿੰਦੇ ਬਾਬਾ ਜੀ। ਮੈਂ ਉਸੇ ਚੀਜ਼ ਤੇ ਮੈਂ ਬੇਨਤੀ ਕਰ ਰਿਹਾ ਕਿ ਮੈਨੂੰ ਪਹਿਲੀ ਗੱਲ ਤਾਂ ਇਹ ਗੱਲ ਹੈ ਕਿ ਜਿਹੜਾ ਇੱਕ ਪਬਲਿਕਲੀ ਕੋਈ ਕਾਰਜ ਕੀਤਾ ਜਾਂਦਾ ਉੱਥੇ ਹਰ ਇੱਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਜੀ। ਅਗਰ ਕਿਸੇ ਨੇ ਇਦਾਂ ਦੇ ਵਿਚਾਰ ਰੱਖੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ, ਉਹ ਸਾਰੇ ਸਾਡੇ ਗੁਰ ਭਾਈ ਨੇ। ਮੇਰੇ ਮਨ 'ਚ ਕਿਸੇ ਦੇ ਪ੍ਰਤੀ ਕੋਈ ਖਟਾਸ ਨਹੀਂ, ਕੜਵਾਹਟ ਨਹੀਂ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਇੱਕ ਸੰਸਥਾ ਦੇ ਕਰਨ ਨਾਲ ਸਾਰੇ ਕੰਮ ਨਹੀਂ ਹੁੰਦੇ। ਸਾਰੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਸਾਰੀਆਂ ਰਲ ਜਾਣ। ਇਹ ਗੱਲ ਉੱਠਿਆ 2 ਮਹੀਨੇ ਹੋ ਗਏ ਜੀ। 2 ਮਹੀਨਿਆਂ ਦੇ ਵਿੱਚ ਕੋਈ ਪੰਜਾਬ ਦੀ ਇਹੋ ਜਿਹੀ ਸੰਸਥਾ, ਚਾਹੇ ਉਹ ਪ੍ਰਚਾਰਕਾਂ ਦੇ ਰੂਪ 'ਚ ਲਾ ਲਓ, ਚਾਹੇ ਉਹ ਤੁਸੀਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਮੈਂ ਉਹ ਨਾਮ ਕਿਸੇ ਦਾ ਕੀ ਲੈਣਾ, ਉਹ ਕੋਈ ਅੱਗੇ ਆਇਆ ਕਿ ਲਿਆਓ ਜੀ ਤੁਸੀਂ ਸਾਨੂੰ ਟਾਸਕ ਦਿਓ, ਅਸੀਂ 10 ਗ੍ਰੰਥੀਆਂ ਦੇ ਘਰ ਬਣਾਉਣੇ ਆ। ਕੋਈ ਰਾਗੀ ਸਿੰਘ ਮਾੜੀ ਹਾਲਤ ਵਿੱਚ ਰਹਿ ਰਿਹਾ, ਅਸੀਂ ਉਹਦੇ ਘਰ ਬਣਾਉਣੇ ਆ। 2 ਮਹੀਨਿਆਂ ਦੇ ਵਿੱਚ ਕੋਈ ਸਾਹਮਣੇ ਨਹੀਂ ਆਇਆ। ਕਿਉਂ ਨਹੀਂ ਆਇਆ? ਹਾਲਾਂਕਿ ਉਹ ਪੁਕਾਰ ਇੱਕ ਸੱਚੀ ਪੁਕਾਰ ਸੀ। ਇਹ ਤਾਂ ਇੱਕ ਪਰਿਵਾਰ ਦਾ ਅਪਵਾਦ ਹੈ ਕਿ ਚੱਲ ਨੂਰ ਦੇ ਘਰ ਦਾ ਪਰਿਵਾਰ ਦਾ ਜਿਹੜਾ ਇਹ ਘਰ ਬਣ ਗਿਆ, ਇਸੇ ਨੂੰ ਅਸੀਂ ਇੱਕ ਬਹੁਤ ਵੱਡਾ ਮੁੱਦਾ ਬਣਾ ਕੇ ਅਗਰ ਤੁਰ ਪਈਏ ਤਾਂ ਉਹ ਇੱਕ ਬਸ ਹੋ ਗਿਆ, ਉਹ ਸੇਵਾ ਹੋ ਗਈ, ਗੱਲ ਖਤਮ ਹੋਈ। ਹਾਲਾਂਕਿ ਸਿਰਫ ਇੱਕ ਕੀਰਤਨੀ ਜਿਹੜੀ ਦੁਨੀਆ ਹੈ, ਰਾਗੀ ਸਿੰਘ, ਗ੍ਰੰਥੀ ਸਿੰਘ, ਕਿਆ ਇਹੀ ਸਿੱਖ ਕੌਮ ਹੈ? ਜਿਹੜੇ ਬਾਕੀ ਲੋਕ ਨੇ, ਆਮ ਲੋਕ ਜਿਹੜੇ ਗਰੀਬੀ ਦਾਅਵਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਬੜਾ ਔਖਾ ਸਮਾਂ ਬਤੀਤ ਕਰ ਰਹੇ ਨੇ, ਕਿਆ ਉਸ ਨੂੰ ਅਸੀਂ ਕੌਮ ਦਾ ਹਿੱਸਾ ਨਹੀਂ ਮੰਨਦੇ? ਅੱਜ ਇੱਕ ਪਰਿਵਾਰ ਉਹ ਅਗਰ ਸਿੱਖੀ ਦੇ ਟਰੈਕ ਦੇ ਉੱਤੇ ਆ ਗਿਆ ਹੈ ਤੇ ਸਾਡਾ ਉਹਦੇ 'ਚ ਵਾਧਾ ਹੈ, ਕੋਈ ਘਾਟਾ ਨਹੀਂ ਹੈ। ਮੈਨੂੰ ਅਫਸੋਸ ਇਸ ਗੱਲ ਤੇ ਹੈ, ਜਿੱਥੇ ਅਸੀਂ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਸਾਰਿਆਂ ਦੇ ਘਰ ਬਣਨੇ ਚਾਹੀਦੇ ਨੇ, ਉੱਥੇ ਇਹ ਵੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਪਿਛਲੇ 15 ਸਾਲ ਦੇ ਵਿੱਚ ਹਜ਼ਾਰਾਂ ਪਰਿਵਾਰ ਆਪਣੇ ਘਰ ਨੂੰ ਛੱਡ ਕੇ ਦੂਜੇ ਪਾਸੇ ਜਾ ਬੈਠੇ ਨੇ। ਕੋਈ ਪ੍ਰਚਾਰਕ ਨਹੀਂ ਬੋਲਿਆ। ਇੱਕ ਅੱਧਾ ਕੋਈ ਬਜ਼ੁਰਗ ਪ੍ਰਚਾਰਕ ਪਿੱਛੇ ਜੀ ਆਵਾਜ਼ ਆਈ ਕਿ ਉਹਨਾਂ ਨੇ ਸਟੇਜ ਦੇ ਉੱਤੋਂ ਇਹ ਗੱਲ ਕਹੀ ਕਿ ਸਾਡੀ ਕੌਮ ਦੇ ਵਿੱਚ ਸਿੰਧਮਾਰੀ ਹੋ ਰਹੀ ਹੈ। ਤੇ ਕਿਉਂ ਸੁੱਤੇ ਪਏ ਨੇ ਸਾਡੇ ਪ੍ਰਚਾਰਕ? ਡਰਦੇ ਨੇ? ਕਿਆ ਉਹ ਜਿਹੜੀ ਕਮਿਊਨਿਟੀ ਇਹ ਕੰਮ ਕਰ ਰਹੀ ਹੈ ਉਹ ਕਮਿਊਨਿਟੀ ਬਹੁਤ ਪਾਵਰਫੁਲ ਹੈ
ਪੰਜਾਬ ਦੀ ਧਰਤੀ ਤੇ ਨਾ ਕੈਨੇਡਾ ਤੋਂ, ਨਾ ਅਮਰੀਕਾ ਤੋਂ, ਨਾ ਇੰਗਲੈਂਡ ਤੋਂ, ਨਾ ਯੂਰਪ ਤੋਂ ਕਿਤੋਂ ਕੋਈ ਗੋਰੇ ਆ ਕੇ ਪ੍ਰਚਾਰ ਨਹੀਂ ਕਰ ਰਹੇ ਕਿ ਸਾਡੀ ਕੌਮ ਵਿੱਚ ਆ ਜਾਓ ਜੀ, ਸਾਡੇ ਚਰਚ ਬਣਾਓ ਜੀ। ਅਸੀਂ ਤੁਸੀਂ ਦੇਖਦੇ ਹੋ ਵਿਦੇਸ਼ਾਂ ਦੇ ਵਿੱਚ ਤਾਂ ਗੋਰੇ ਅੰਮ੍ਰਿਤ ਛਕ ਰਹੇ ਨੇ। ਬਿਲਕੁਲ। ਤੇ ਫਿਰ ਪੰਜਾਬ ਦੇ ਵਿੱਚ ਕੋਈ ਤੇ ਕਿਹੋ ਜਿਹਾ ਸਮਾਗਮ ਪ੍ਰੋਗਰਾਮ ਉਹਨਾਂ ਦਾ ਦੱਸੋ ਕਿ ਜਿੱਥੇ ਅਮਰੀਕਾ ਕੈਨੇਡਾ ਤੋਂ ਗੋਰੇ ਆਏ ਨੇ ਉਹ ਪ੍ਰਚਾਰ ਕਰ ਰਹੇ ਨੇ। ਐਸਾ ਕੁਝ ਨਹੀਂ ਹੈ, ਪਰ ਤੁਹਾਨੂੰ ਸੋਚਣਾ ਪਵੇਗਾ, ਸਾਡੀ ਕੌਮ ਨੂੰ ਸੋਚਣਾ ਪਵੇਗਾ ਕਿ ਆਫਟਰ ਆਲ ਇਹ ਕੀ ਹੋ ਰਿਹਾ ਸਾਡੇ ਪੰਜਾਬ ਵਿੱਚ। ਜਿਸ ਪੰਜਾਬ ਵਿੱਚ 10 ਗੁਰੂਆਂ ਦੇ ਚਰਨ ਪਏ, ਜਿਸ ਪੰਜਾਬ 'ਚ ਹਜ਼ਾਰਾਂ ਲੱਖਾਂ ਸ਼ਹਾਦਤਾਂ ਦੇ ਨਾਲ ਇਹ ਕੌਮ ਪ੍ਰਫੁੱਲਿਤ ਹੋਈ ਹੈ, ਅੱਜ ਉਹ ਕੌਮ ਦਾ ਇੱਕ ਗਰੀਬ ਤਬਕਾ ਜਿਹੜਾ ਜਾਤੀਵਾਦ ਸਾਡੀ ਕੌਮ ਦੇ ਵਿੱਚ ਹੈ, ਉਹਦਾ ਵੀ ਉਹਦੀ ਤਰਾਸਦੀ ਵੀ ਉਹ ਚੱਲ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਇਹ ਕਸੂਰ ਸਾਡੇ ਪ੍ਰਚਾਰਕਾਂ ਦਾ, ਸਾਡੀਆਂ ਸੰਸਥਾਵਾਂ ਦਾ ਰਹਿ ਗਿਆ? ਅਸੀਂ ਉਹਨਾਂ ਨੂੰ ਗੱਲ ਨਾਲ ਲਾਇਆ ਹੀ ਨਹੀਂ, ਲੋਕਾਂ ਨੂੰ ਅਸੀਂ ਉਹਨਾਂ ਨੂੰ ਸਿੱਖ ਮੰਨਦੇ ਹੀ ਨਹੀਂ। ਅੱਜ ਵੀ ਪੰਜਾਬ ਦੇ ਵਿੱਚ ਮੈਂ ਮਾਫ ਕਰਨਾ ਇੱਕ ਇਹੋ ਜਿਹਾ ਗੁਰੂ ਘਰ ਹੈ ਪੰਜਾਬ ਦੇ ਵਿੱਚ ਜਿੱਥੇ ਕਿ ਅਸੀਂ ਮਜਬੀ ਸਿੰਘਾਂ ਵਾਸਤੇ ਅਲੱਗ ਭਾਂਡੇ ਲਾਏ ਜਾਂਦੇ ਨੇ। ਇਹ ਕਿੱਡਾ ਵੱਡਾ ਸਾਡੇ ਲਈ ਇੱਕ ਦੁਖਦ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿੱਥੇ ਗੁਰੂ ਸਾਹਿਬ ਨੇ ਜਾਤ ਪਾਤ ਤੋਂ ਸਾਨੂੰ ਦੂਰ ਕੀਤਾ ਹੈ ਨਾ, ਸਾਨੂੰ ਸਾਰਿਆਂ ਨੂੰ ਇੱਕ ਖੰਡੇ ਬਾਟੇ ਦੀ ਪਹੁਲ ਦੇ ਕੇ ਇੱਕ ਕੀਤਾ। ਅੱਜ ਵੀ ਸਾਡੇ ਪੰਜਾਬ ਦੇ ਵਿੱਚ ਇਹ ਜੱਟਾਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਲਵਾਣਿਆਂ ਦਾ ਗੁਰਦੁਆਰਾ, ਅਸੀਂ ਤਾਂ ਗੁਰੂ ਘਰ ਤੱਕ ਅਜੇ ਤੱਕ ਵੰਡੇ ਹੋਏ ਨੇ। ਅਸੀਂ ਕਿਹੜੇ ਵਿਕਾਸ ਦੀ ਗੱਲ ਕਰਦੇ ਹਾਂ? ਸਾਡੀ ਕੌਮ ਅਜੇ ਕਿੱਥੇ ਕੁ ਪਹੁੰਚੀ ਹੈ? ਇਹੀ ਚੀਜ਼ਾਂ ਸਾਡੇ ਹਿੰਦੁਸਤਾਨ 'ਚ ਨੇ, ਇਹੀ ਚੀਜ਼ਾਂ ਅਸੀਂ ਸਿੱਖ ਵਿਦੇਸ਼ਾਂ 'ਚ ਬੈਠੇ ਹਾਂ ਉੱਥੇ ਵੀ ਇਹੀ ਹਾਲ ਹੈ। ਤੇ ਜਿਹੜੀਆਂ ਸਾਡੀਆਂ ਉਹ ਪਿਛੜੀਆਂ ਹੋਈਆਂ ਕੌਮਾਂ ਨੇ, ਉਹ ਗੁਰੂ ਘਰਾਂ ਵਿੱਚ ਵੀ ਉਹਨਾਂ ਨੇ ਆਪਣਾ ਤਿਰਸਕਾਰ ਝੱਲਿਆ ਔਰ ਫਿਰ ਮਾਲੀ ਹਾਲਤ ਵਿੱਚ ਵੀ ਅਸੀਂ ਇਤਿਹਾਸਿਕ ਸਥਾਨ ਬਣਦਾ ਉੱਥੇ ਤਾਂ ਲੱਖਾਂ ਰੁਪਏ ਦਾ ਸਰੀਆ ਚੜਾਉਣ ਨੂੰ ਤਿਆਰ ਆ, ਟਰੱਕਾਂ ਦੇ ਟਰੱਕ ਛੱਡਣ ਨੂੰ ਤਿਆਰ ਆ, ਸੀਮੈਂਟ ਦੇ ਟਰੱਕਾਂ ਦੇ ਟਰੱਕ ਛੱਡਣ ਨੂੰ ਤਿਆਰ ਆ। ਅਸੀਂ ਆਮ ਸੁਣਨ ਨੂੰ ਮਿਲਦਾ ਇਤਿਹਾਸਿਕ ਸਥਾਨਾਂ ਤੇ ਕਿ ਜੀ ਉਹ ਇੱਕ ਟਰੱਕ ਸੀਮੈਂਟ ਦਾ ਕੋਈ ਛੱਡ ਗਿਆ, ਪਤਾ ਹੀ ਨਹੀਂ ਕੌਣ ਛੱਡ ਗਿਆ। ਲੇਕਿਨ ਉਸੇ ਇਨਸਾਨ ਦੇ ਗੁਆਂਢ ਦੇ ਵਿੱਚ ਜਾਂ ਉਹਦੀ ਰਿਸ਼ਤੇਦਾਰੀਆਂ ਦੇ ਵਿੱਚ ਕੋਈ ਮਾੜਾ ਕੋਈ ਭੈਣ ਭਰਾ ਹੋਵੇ, ਉਹਦੀ ਮਦਦ ਕਰਨ ਨੂੰ ਕੋਈ ਤਿਆਰ ਨਹੀਂ। ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਤੇ ਉਹਨੂੰ ਅਸੀਂ ਜ਼ਿੰਦਗੀ 'ਚ ਅਪਣਾਇਆ ਤੇ ਹੈ ਨਹੀਂ। ਪਰ ਕੀ ਤੁਹਾਨੂੰ ਇਹੀ ਡਰ ਸੀਗਾ ਕਿ ਇਹ ਪਰਿਵਾਰ ਵੀ ਕਿਤੇ ਹੋਰ ਧਰਮਾਂ 'ਚ ਨਾ ਚਲੇ ਜਾਣ, ਤੁਸੀਂ ਤਾਂ ਕਰਕੇ ਇਹਨਾਂ ਦੀ ਮਦਦ ਕੀਤੀ, ਜਾਂ ਬਤੌਰ ਸਿੱਖ ਤੁਹਾਨੂੰ ਮਹਿਸੂਸ ਹੋਇਆ ਕਿ ਗਰੀਬ ਦੀ ਬਾਹ ਫੜਨੀ ਚਾਹੀਦੀ? ਦੋਨੋਂ ਗੱਲਾਂ ਸੀਗੀਆਂ ਜੀ। ਮੇਰੇ ਮਨ 'ਚ ਇੱਕ ਉਹ ਵੀ ਖਿਆਲ ਆਇਆ ਕਿ ਹਜ਼ਾਰਾਂ ਪਰਿਵਾਰ ਉਸ ਪਾਸੇ ਤੁਰੀ ਜਾ ਰਹੇ ਨੇ, ਸਾਡੇ ਪੰਜਾਬ ਦੇ ਪ੍ਰਚਾਰਕ ਨਾ ਉਹਦੇ ਖਿਲਾਫ ਬੋਲ ਰਹੇ ਨੇ, ਨਾ ਖੁਦ ਕੁਝ ਕਰ ਰਹੇ ਨੇ। ਆਪਣੇ ਸਥਾਨਾਂ ਗੁਰੂ ਘਰਾਂ ਤੱਕ, ਆਪਣੇ ਡੇਰਿਆਂ ਤੱਕ ਸੀਮਤ ਆ ਅਸੀਂ ਲੋਕ। ਅਸੀਂ ਖੁਦ ਵੀ ਕੁਝ ਕਰਨ ਨੂੰ ਤਿਆਰ ਨਹੀਂ, ਆਵਾਜ਼ ਵੀ ਬੁਲੰਦ ਕਰਨ ਨੂੰ ਤਿਆਰ ਨਹੀਂ। ਉਹ ਇੱਕ ਹੋਰ ਪਰਿਵਾਰ ਜਿਹੜਾ ਹਾਈਲਾਈਟ ਹੋਇਆ ਉਹ ਵੀ ਉਸ ਪਾਸੇ ਤੁਰ ਜਾਏਗਾ, ਕੋਈ ਵੱਡੀ ਗੱਲ ਨਹੀਂ। ਔਰ ਇੱਕ ਸਿੱਖ ਹੋਣ ਦੇ ਨਾਤੇ ਕਿ ਚੱਲ ਉਹ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਚਲੋ ਚੱਲ ਕੇ ਕਿਉਂ ਨਾ ਉਹਦੀ ਬਾਹ ਫੜੀ ਜਾਏ। ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖਦੇ ਹੋ ਉਹ ਪਰਿਵਾਰ ਅੰਮ੍ਰਿਤਧਾਰੀ ਹੋਇਆ। ਹਾਲਾਂਕਿ ਉੱਥੇ ਐਜੂਕੇਸ਼ਨ ਦੀ ਘਾਟ ਹੈ, ਉਹ ਇੱਕ ਆਮ ਸਧਾਰਨ ਪਰਿਵਾਰ ਹੈ ਤੇ ਜ਼ਿਆਦਾ ਉਮੀਦ ਅਸੀਂ ਉਹਨਾਂ ਤੋਂ ਕੋਈ ਨਹੀਂ ਕਰਦੇ। ਪਰ ਬਾਬਾ ਜੀ ਤੁਹਾਡੀਆਂ ਗੱਲਾਂ ਤੋਂ ਜਾਪਦਾ ਹੈ ਕਿ ਕਮੀ ਸਾਡੇ 'ਚ ਹੀ ਹੈ। ਅਸੀਂ ਕਿਸੇ ਹੋਰ ਨੂੰ ਦੋਸ਼ ਦਈਏ ਜਾਂ ਹੋਰ ਧਰਮ ਵਾਲੇ ਆਪਦਾ ਪ੍ਰਚਾਰ ਕਰਕੇ ਲੋਕ ਉਧਰ ਜਾ ਰਹੇ ਹੈ, ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ? ਉਹ ਤਾਂ ਆਪਣਾ ਕੰਮ ਕਰ ਰਹੇ ਹੈ, ਜਿਵੇਂ ਸਾਡੇ ਪ੍ਰਚਾਰਕ ਪ੍ਰਚਾਰ ਕਰ ਰਹੇ ਉਵੇਂ ਉਹ ਵੀ ਪ੍ਰਚਾਰ ਕਰ ਰਹੇ ਹੈ। ਬਿਲਕੁਲ, ਪਰ ਕਮੀ ਤਾਂ ਸਾਡੇ ਵਿੱਚ ਹੈ ਕਿਤੇ। ਸਿਮਰਨ ਜੀ, ਮੈਂ ਤੁਹਾਡੀ ਗੱਲ ਤੋਂ ਬਿਲਕੁਲ ਇਸ ਗੱਲ ਤੋਂ ਸਹਿਮਤ ਆ। ਉਹ ਆਪਣੀ ਰਣਨੀਤੀ ਮੁਤਾਬਕ ਚੱਲ ਰਹੇ ਨੇ, ਅਸੀਂ ਉਹਨਾਂ ਨੂੰ ਕੀ ਦੋਸ਼ ਦੇ ਸਕਦੇ ਹਾਂ? ਸਾਡੇ ਕੋਲੇ ਤਾਂ ਕੋਈ ਰਣਨੀਤੀ ਨਹੀਂ ਜਾਪਦੀ। ਸਾਡੇ ਕੋਲ ਸਾਡੀ ਕੌਮ 'ਚ ਅਗਰ ਇਹ ਸੇਂਧਮਾਰੀ ਕੀਤੀ ਜਾ ਰਹੀ ਹੈ ਤੇ ਸਾਨੂੰ ਤਾਂ ਕੋਈ ਫਰਕ ਪੈ ਹੀ ਨਹੀਂ ਰਿਹਾ। ਅਸੀਂ ਤਾਂ ਆਪਣੇ ਉਹੀ ਬਾਜੇ ਵਜਾਉਣ ਦੇ ਵਿੱਚ ਮਸਤ ਆ ਕਿ ਠੀਕ ਹੈ ਜੀ, ਕੀਰਤਨ ਕਰ ਲਓ ਔਰ ਆਪਣੀ ਗੱਲ ਕਹਿ ਲਓ ਸਟੇਜ ਦੇ ਉੱਤੇ। ਸਾਡਾ ਇੱਕ ਗਰੀਬ ਤਬਕਾ ਉਹ ਦੁੱਖ ਦੇ ਮਾਰੇ ਛੱਡ ਕੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਗਰੀਬ ਦਾ ਅੱਜ ਦੇ ਸਮੇਂ 'ਚ ਕੋਈ ਧਰਮ ਨਹੀਂ ਰਹਿ ਗਿਆ। ਉਹ ਛੱਡ ਜਾ ਰਹੇ ਨੇ। ਕਿਸੇ ਨੂੰ ਕੋਈ ਫਰਕ ਹੈ ਧਰਮ ਦੇ ਵਿੱਚ? ਵੱਡੀਆਂ ਸੰਸਥਾਵਾਂ, ਸਰਕਾਰ ਨੂੰ ਕੋਈ ਫਰਕ ਹੈ? ਸਰਕਾਰ ਨੂੰ ਵੀ ਕੋਈ ਫਰਕ ਨਹੀਂ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ। ਵੱਡੀਆਂ ਸੰਪਰਦਾਵਾਂ ਨੂੰ ਕੋਈ ਫਰਕ ਨਹੀਂ ਹੈ, ਉਹਨਾਂ ਦਾ ਆਪਣਾ ਦਾਲ ਰੋਟੀ ਚੱਲ ਰਿਹਾ। ਮੈਨੂੰ ਕੋਈ ਸੰਕੋਚ ਨਹੀਂ ਕਹਿਣ ਤੋਂ। ਕਿਹਾ ਗਿਆ ਜੀ ਉਹ ਹਰਿਆਣੇ ਦੇ ਵਿੱਚੋਂ ਆ ਕੇ, ਹਰਿਆਣਾ ਪੰਜਾਬ ਸਿੱਖ ਤਾਂ ਸਾਰੀ ਜਗ੍ਹਾ ਬੈਠੇ ਨੇ। ਬਿਲਕੁਲ ਠੀਕ ਹੈ ਜੀ। ਅਸੀਂ ਇੱਕ ਕੌਮ ਦੇ ਨਾਤੇ ਅਗਰ ਗੱਲ ਕਰੀਏ ਤਾਂ ਮੈਂ ਤਾਂ ਇਹ ਸਮਝਦਾ ਸਾਡੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਸਾਡੇ ਨਹੀਂ ਢਿੱਡ ਪੂਰੇ ਹੁੰਦੇ, ਸਾਡੇ ਨਹੀਂ ਖਾਤੇ ਪੂਰੇ ਹੁੰਦੇ, ਸਾਡੀਆਂ ਕਮਜ਼ੋਰੀਆਂ ਕਰਕੇ ਇਹ ਪਰਿਵਾਰ ਜਿਹੜੇ ਨੇ ਇਹ ਹੌਲੀ ਜਿੱਧਰੋਂ ਕਿਤੋਂ ਆਸ ਜਗਦੀ ਹੈ ਕਿ ਇੱਧਰੋਂ ਕੋਈ ਮਦਦ ਆ ਰਹੀ ਹੈ, ਉਹ ਉਸੇ ਪਾਸੇ ਹੋ ਤੁਰਦੇ। ਪਰ ਬਾਬਾ ਜੀ ਹਰਿਆਣੇ ਦੇ ਵੀ ਵੱਡਾ ਇੱਕ ਡੇਰਾ ਜਿੱਥੋਂ ਦਾ ਬਾਬਾ ਗਾਣੇ ਗੂਣੇ ਗਾਉਂਦਾ ਸੀ, ਰਾਤ ਨੂੰ ਉਹ ਨਾਈਟਾਂ ਵੀ ਕਰਦਾ ਸੀ, ਤੇ ਉੱਥੇ ਸੰਗਤ ਦੇ ਰੂਪ 'ਚ ਬੈਠੇ ਲੋਕ ਜ਼ਿਆਦਾਤਰਾਂ ਦੇ ਸਿਰਾਂ ਤੇ ਪੱਗਾਂ ਹੁੰਦੀਆਂ ਸੀ।
ਹਰਿਆਣੇ ਤੇ ਪੰਜਾਬ ਦੀ ਤੁਸੀਂ ਕਿਹਾ ਗੱਲ ਨਹੀਂ ਹੈ, ਗੱਲ ਤਾਂ ਕੌਮ ਦੀ ਹੈ। ਕੌਮ ਦੀ ਫਿਰ ਇਹ ਰਲ ਕੇ ਜੋੜ ਕੇ ਮੋੜੋਗੇ ਕਿਵੇਂ ਸਾਰਿਆਂ ਨੂੰ ਵਾਪਸ? ਉਹ ਪੱਗਾਂ ਵਾਲਿਆਂ ਨੂੰ ਵਾਪਸ ਸਿੱਖ ਕੌਮ ਦੇ ਵੱਲ ਕਿਵੇਂ ਲਿਜਾਓਗੇ ਤੁਸੀਂ? ਸਿਮਰਨ ਜੀ, ਪਹਿਲੀ ਗੱਲ ਤਾਂ ਇਹ ਕਿ ਉਹ ਲੋਕ ਉਧਰ ਗਏ ਕਿਉਂ? ਇਹ ਜੋ ਕਾਰਜ ਹੁਣ ਸ਼ੁਰੂ ਹੋਏ ਨੇ ਨਾ ਜੀ, ਪਿਛਲੇ 2-4-5 ਸਾਲ ਚ ਲੋਕੀ ਅਵੇਅਰ ਹੋਏ ਨੇ, ਬਹੁਤ NGOs ਨੇ ਜੋ ਮਦਦ ਕਰ ਰਹੇ ਨੇ, ਕੋਈ ਰਾਸ਼ਨ ਪਹੁੰਚਾ ਰਿਹਾ ਹੈ, ਕੋਈ ਫੀਸਾਂ ਜਮ੍ਹਾਂ ਕਰਾ ਰਿਹਾ ਹੈ, ਘਰ ਬਣਨੇ ਵੀ ਸ਼ੁਰੂ ਹੋ ਚੁੱਕੇ ਨੇ, NGOs ਵੀ ਕਈ ਲੱਗ ਗਏ ਨੇ। ਇਹੀ ਕੰਮ ਕਿਤੇ ਅੱਜ ਤੋਂ 20 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਹੁੰਦੇ, ਪੰਜਾਬ ਦੇ ਸਾਰੇ ਧਾਰਮਿਕ ਆਗੂ ਇਹਨਾਂ ਸੇਵਾਵਾਂ 'ਚ ਲੱਗ ਜਾਂਦੇ, ਤੇ ਮੈਂ ਦਾਅਵੇ ਨਾਲ ਕਹਿਣਾ ਉਹ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਉਹਨਾਂ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਸੀ ਲੱਗਣੇ, ਨਾ ਪੰਜਾਬ 'ਚ ਪੈਰ ਲੱਗਣੇ ਸੀ, ਨਾ ਹਰਿਆਣੇ 'ਚ ਪੈਰ ਲੱਗਣੇ ਸੀ, ਤੇ ਨਾ ਜਿਹੜੇ ਇਹ ਧਰਮ ਪਰਿਵਰਤਨ ਦੀਆਂ ਗੱਲਾਂ ਕਰਦੇ ਨੇ ਇਹਨਾਂ ਦੇ ਪੈਰ ਲੱਗਣੇ ਸੀ। ਪਰ ਮੈਂ ਕਹਿੰਦਾ ਹੁਣ ਵੀ ਕੌਮ ਜਾਗੇ, ਉਹਨਾਂ ਨੇ ਤੇ ਜੋ ਮਾੜੇ ਕੰਮ ਕੀਤੇ ਉਹਦਾ ਰਿਜ਼ਲਟ ਅੱਜ ਉਹ ਭੋਗ ਰਹੇ ਨੇ, ਠੀਕ ਹੈ ਜੀ। ਪਰ ਫਿਰ ਵੀ ਕਿਤੇ ਹੁਣ ਸਾਡੀ ਕੌਮ ਜਾਗੇ, ਉਹਦੇ ਚੋਂ ਕਾਫੀ ਹਜ਼ਾਰਾਂ ਪਰਿਵਾਰ ਜਿਹੜੇ ਨੇ ਉਹ ਵਾਪਸ ਕੌਮ 'ਚ ਪਰਤ ਰਹੇ ਨੇ, ਜਿਨ੍ਹਾਂ ਨੂੰ ਇਹ ਜਾਗ ਆਈ ਹੈ ਕਿ ਹਾਂ ਅਸੀਂ ਗਲਤ ਟਰੈਕ ਤੇ ਤੁਰ ਪਏ ਸੀ। ਜਿਹੜੇ ਉਹ ਵਾਪਸ ਪਰਤ ਰਹੇ ਨੇ ਉਹਨਾਂ ਦੀ ਤਾਂ ਬਾਂਹ ਫੜ ਲਈ ਜਾਏ, ਉਹਨਾਂ ਦੇ ਨਾਲ ਤਾਂ ਅਸੀਂ ਖੜੀਏ। ਸਾਨੂੰ ਤੇ ਸੋਚਣਾ ਪਊਗਾ ਕਿ ਯਾਰ ਇਹੋ ਜਿਹਾ ਕਿਹੜਾ ਕਾਰਜ ਹੈ ਜਿਹੜਾ ਕਿ ਇਹ ਲੋਕ ਕਰ ਰਹੇ ਨੇ ਤੇ ਸਾਡੇ ਲੋਕ ਛੱਡ ਕੇ ਉਧਰ। ਸ਼ੌਂਕ ਕਿਸੇ ਨੂੰ ਨਹੀਂ। ਜੇ ਕੋਈ ਗੁਰੂ ਨਾਨਕ ਦੇ ਅੱਗੇ ਮੱਥਾ ਟੇਕਦਾ ਤੇ ਉਹਨੂੰ ਪਤਾ ਹੈ, ਉਹਨੇ ਬਾਣੀ 'ਚ ਸੁਣਿਆ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰ ਫਿਰ ਵੀ ਲੋਕ ਆਪਣੇ ਦੁੱਖਾਂ ਤੋਂ, ਆਪਣੀ ਤਕਲੀਫ ਤੋਂ, ਜਦੋਂ ਇੱਕ ਕੋਈ ਭੈਣ ਭਰਾ ਬਾਂਹ ਨਹੀਂ ਫੜਦਾ ਤੇ ਕੀ ਦਿਲ ਤੇ ਬੀਤਦੀ ਹੈ। ਜਦੋਂ ਇੱਕ ਕੌਮ ਆਪਣੀ ਕੌਮ ਬਾਂਹ ਨਾ ਫੜੇ, ਦੂਜੇ ਲੋਕ ਆ ਕੇ ਆਖਣ ਆਓ ਅਸੀਂ ਤੁਹਾਡੀ ਮਦਦ ਕਰਦੇ ਹਾਂ, ਅਸੀਂ ਤੁਹਾਡੇ ਬੱਚੇ ਫ੍ਰੀ ਪੜ੍ਹਾਉਂਦੇ ਹਾਂ। ਸਾਡੀ ਸਿੱਖ ਕੌਮ ਦੇ ਕੁਝ ਇਹੋ ਜਿਹੇ ਸਕੂਲ ਆਪਾਂ ਇੱਕ ਕੋਈ ਸ਼ਾਇਦ 2-4 ਹੋਣ ਜਿਹੜੇ ਕਿ ਇਸ ਰੂਪ 'ਚ ਚੱਲ ਰਹੇ ਹੋਣ ਕਿ ਅਸੀਂ ਅੰਮ੍ਰਿਤਧਾਰੀਆਂ ਦੇ ਬੱਚੇ ਫ੍ਰੀ ਪੜ੍ਹਾਵਾਂਗੇ, ਰਾਗੀ ਸਿੰਘਾਂ ਦੇ ਫ੍ਰੀ ਪੜ੍ਹਾਵਾਂਗੇ, ਗ੍ਰੰਥੀ ਸਿੰਘਾਂ ਦੇ ਫ੍ਰੀ ਪੜ੍ਹਾਵਾਂਗੇ। ਨਹੀਂ ਤਾਂ ਇੰਨੀਆਂ ਵੱਡੀਆਂ ਸੰਸਥਾਵਾਂ ਦੇ ਸਕੂਲ ਪਏ ਨੇ, ਪਰ ਉਹ ਸਭ ਤੋਂ ਮਹਿੰਗੇ ਨੇ। ਜਿਨ੍ਹਾਂ ਤੇ ਜਿੰਨੇ ਧਰਮ ਦੇ ਠੱਪੇ ਲੱਗੇ ਨੇ ਜਿਨ੍ਹਾਂ ਸਕੂਲਾਂ ਦੇ ਉੱਤੇ, ਸਾਡੀ ਕੌਮ 'ਚ ਉਹ ਉਤਨੀਆਂ ਹੀ ਉਹਨਾਂ ਦੀਆਂ ਫੀਸਾਂ ਜ਼ਿਆਦਾ ਨੇ। ਮੈਂ ਨਾਮ ਕਿਸੇ ਦਾ ਨਹੀਂ ਲੈਣਾ ਚਾਹੁੰਦਾ, ਪਰ ਇਹੋ ਜਿਹੀਆਂ ਸੰਸਥਾਵਾਂ ਪਈਆਂ ਨੇ ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ। ਅਸੀਂ ਸਾਡੇ ਜਿਹੜੇ ਸਕੂਲ ਨੇ ਉਹ 40-50 ਸਾਲ ਤੋਂ ਇਹੋ ਜਿਹੀਆਂ ਸੰਸਥਾਵਾਂ ਕਾਇਮ ਨੇ, ਪਰ ਤੁਸੀਂ ਜਾ ਕੇ ਦੇਖੋ ਉਹਨਾਂ ਦੇ ਵਿੱਚ ਬੱਚੇ ਪੜ੍ਹਾਉਣੇ ਉਹ ਬੜੇ ਔਖੇ ਨੇ। ਇਹੀ ਕਾਰਨ ਹੈ ਕਿ ਡੇਰੇ ਵਾਲੇ ਸਕੂਲ ਜਿਹੜੇ ਹੁੰਦੇ ਆ ਉਹਨਾਂ 'ਚ ਸਾਡੇ ਨਿਆਣੇ ਪੜ੍ਹਨ ਲੱਗ ਜਾਂਦੇ। ਬਿਲਕੁਲ ਜੀ। ਅੱਜ ਜਿੱਥੋਂ ਕਿਸੇ ਨੂੰ ਕੋਈ ਸਹੂਲੀਅਤ ਮਿਲਦੀ ਹੈ, ਇਨਸਾਨ ਸੋਚਦਾ ਕਿ ਯਾਰ ਸਾਰਾ ਦਿਨ 'ਚ ਮੈਂ 300-400 ਰੁਪਏ ਦਿਹਾੜੀ ਕਮਾਉਣਾ ਤੇ ਮੈਂ ਬੱਚੇ ਕਿਵੇਂ ਪੜ੍ਹਾਉਣੇ ਨੇ, ਮੈਂ ਰੋਟੀ ਕਿਵੇਂ ਪੂਰੀ ਕਰਨੀ ਹੈ, ਮੈਨੂੰ ਬਿਮਾਰੀ ਤਕਲੀਫ ਹੋ ਗਈ ਤਾਂ ਮੈਂ ਕਿਵੇਂ। ਅੱਜ ਕੱਲ ਤੁਸੀਂ ਦੇਖਿਓ ਬਥੇਰਾ ਲੁਧਿਆਣੇ 'ਚ ਸ਼ੋਰ ਸ਼ਰਾਬਾ ਹੋਇਆ, ਇੱਕ ਨਵੀਂ ਆਵਾਜ਼ ਬੁਲੰਦ ਹੋਈ, ਉਹ ਸੱਚਾਈ ਸਾਹਮਣੇ ਆਈ। ਉਹ ਸਭ ਨੂੰ ਪਤਾ ਹੀ ਸੀ, ਪਰ ਹੁਣ ਉਹ ਇੱਕ ਟਾਈਮ ਆ ਗਿਆ ਉਹ ਸੱਚਾਈ ਸਾਹਮਣੇ ਆਉਣ ਦਾ ਕਿ ਇੱਕ 10 ਰੁਪਏ ਦੀ ਜਿਹੜਾ ਪੱਤਾ ਹੈ ਉਹ 150 ਦੇ ਵਿੱਚ ਵਿਕ ਰਿਹਾ ਹੈ। ਤੁਸੀਂ ਅੰਦਾਜ਼ਾ ਕਰੋ ਜਿਹੜਾ 300-400 ਰੁਪਏ ਦਿਹਾੜੀ ਕਮਾਉਣ ਵਾਲਾ, 500 ਦਿਹਾੜੀ ਕਮਾਉਣ ਵਾਲਾ ਹੈ, ਉਹ ਕਿਵੇਂ ਉਹਨਾਂ ਦੁੱਖ ਤਕਲੀਫਾਂ ਬਿਮਾਰੀਆਂ ਦੇ ਵਿੱਚ ਉਹ ਖਰਚੇ ਪੂਰੇ ਕਰੇਗਾ। ਤਾਂ ਉਹੋ ਜੀ ਸਥਿਤੀ ਵਿੱਚ ਕਿਸੇ ਨੂੰ ਅਗਰ ਕੋਈ ਉਮੀਦ ਜਾਗਦੀ ਹੈ ਕਿ ਯਾਰ ਸਾਡੀ ਕੋਈ ਮਦਦ ਕਰਦਾ, ਤੇ ਉਹ ਧੰਨਵਾਦ ਵਜੋਂ ਸੋਚਦਾ ਯਾਰ ਜਿਹੜੇ ਰਾਹ ਤੇ ਤੂੰ ਚੱਲ ਰਿਹਾ ਹੈ, ਗੋਡ ਇਜ਼ ਵਨ ਕਹਿ ਕੇ ਉਹ ਲੋਕ ਨਾਰਾ ਦਿੰਦੇ ਨੇ ਕਿ ਵੀ ਠੀਕ ਹੈ ਗੋਡ ਇਜ਼ ਵਨ, ਰੱਬ ਇੱਕ ਹੈ, ਤੇ ਵੀ ਅਸੀਂ ਤੁਹਾਡੀ ਮਦਦ ਤੇ ਕਰ ਰਹੇ ਹਾਂ, ਸਾਡੇ ਵੱਲ ਤੁਰ ਪਾਓ। ਤੇ ਭੋਲੇ ਲੋਕ ਉਸ ਪਾਸੇ ਤੁਰ ਪੈਂਦੇ ਨੇ। ਇੱਕ ਹਸਪਤਾਲ ਕੌਮ ਦਾ ਇਹੋ ਜਿਹਾ ਨਹੀਂ ਬਣਿਆ ਹੋਇਆ ਜਿੱਥੇ ਜਾ ਕੇ ਕੋਈ ਆਪਦਾ ਇਲਾਜ ਫ੍ਰੀ ਕਰਾ ਸਕੇ। ਇੱਕ ਸਕੂਲ ਐਸਾ ਤੁਸੀਂ ਕਹਿ ਰਹੇ ਹੋ ਨਹੀਂ ਹੈ ਜਿੱਥੇ ਕੋਈ ਆਮ ਬੰਦਾ ਛੱਡੋ, ਕੋਈ ਰਾਗੀ ਸਿੰਘ ਆਪਣਾ ਬੱਚਾ ਪੜ੍ਹਾ ਸਕੇ। ਤੇ ਅਲਟੀਮੇਟਲੀ ਤਾਂ ਫਿਰ ਜਿੱਥੇ ਇਹ ਫ੍ਰੀ ਮਿਲਦਾ ਹੈ ਤੇ ਜਿੱਥੇ ਜਾ ਰਹੇ ਹੈ, ਇਹਦਾ ਮਤਲਬ ਤਾਂ ਫਿਰ ਸਿਦਕ ਕਮਜ਼ੋਰ ਹੋ ਗਿਆ ਬਾਬਾ ਜੀ। ਸਿਦਕ ਦੇਖੋ ਅੱਜ ਦਾ ਜ਼ਿੰਦਗੀ ਕਿੰਨੀ ਕੁ ਰਹਿ ਗਈ ਹੈ, ਘੜੀ ਦਾ ਭਰੋਸਾ ਨਹੀਂ। ਇਨਸਾਨ ਸੋਚਦਾ ਕਿ ਯਾਰ ਮੈਨੂੰ ਕੱਲ ਨੂੰ ਕੁਝ ਹੋ ਗਿਆ, ਮੇਰੇ ਬੱਚਿਆਂ ਦਾ ਕੀ ਬਣੇਗਾ। ਸਾਡੀ ਕੌਮ ਦੇ ਵਿੱਚ ਜਿਵੇਂ ਤੁਸੀਂ ਕਿਹਾ ਕੋਈ ਇੱਕ ਇਹੋ ਜਿਹਾ ਹਸਪੀਟਲ ਨਹੀਂ ਜਿੱਥੇ ਬਿਲਕੁਲ ਫ੍ਰੀ ਆਫ ਕਾਸਟ ਇਲਾਜ ਹੁੰਦਾ ਹੋਵੇ। ਪਰ ਜ਼ਮੀਰ ਵੀ ਤਾਂ ਮਰ ਗਈ ਨਾ। ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਅਸੀਂ ਨਹੀਂ ਬਣਾਇਆ, ਸਾਡੇ ਪ੍ਰਚਾਰਕਾਂ 'ਚ, ਸਾਡੀਆਂ ਸੰਸਥਾਵਾਂ 'ਚ ਬੜੀ ਵੱਡੀ ਇਹ ਕਮੀ ਰਹਿ ਗਈ। ਪਰ ਲੋਕਾਂ ਦੀ ਵੀ ਤਾਂ ਜ਼ਮੀਰ ਨਹੀਂ ਰਹੀ ਨਾ ਕਿ ਥੋੜਾ ਜਿਹਾ ਉਹਨਾਂ ਨੇ ਲਾਲਚ ਦੇਖਿਆ ਤੇ ਉਧਰ ਨੂੰ ਤੁਰ ਪਏ। ਦੇਖੋ ਸਮਾਜ ਟਿਕਦਾ ਕਿਸੇ ਇੱਕ ਮਜ਼ਬੂਤ ਲੀਡਰ ਦੇ ਪਿੱਛੇ। ਸਮਾਜ ਅਗਰ ਆਪਾਂ ਉਹ ਧਾਰਮਿਕ ਰੂਪ ਵਿੱਚ ਸਮਝ ਲਓ, ਉਹ ਰਾਜਨੀਤਿਕ ਰੂਪ 'ਚ ਸਮਝ ਲਓ, ਨਹੀਂ ਹੈ ਸਾਡੇ ਕੋਲ ਲੀਡਰ, ਸਾਡੇ ਕੋਲ ਕੋਈ ਹੈ ਨਹੀਂ। ਜੇ ਕੋਈ ਅੱਗੇ ਆਉਂਦਾ ਹੈ ਤੇ ਉਹਦੇ 'ਚ ਉਹਨਾਂ ਦਮਖਮ ਨਹੀਂ ਹੁੰਦਾ, ਉਹ ਸਲਿੱਪ ਕਰ ਜਾਂਦਾ ਆਪਣੇ ਸਟੈਂਡ ਤੋਂ ਤੇ ਸਮਾਜ ਡਰ ਜਾਂਦਾ। ਪਰ ਜੇ ਆਪਾਂ ਗੱਲ ਕਰੀਏ ਨਾ ਸਿਦਕ ਦੀ, ਜਿਹੜੇ ਸਿਦਕਾਂ ਦੀ ਗੱਲ ਆਪਾਂ ਇਤਿਹਾਸ ਵਿੱਚ ਸੁਣਦੇ ਆਏ ਆ ਨਾ, ਉਹ ਸਿਦਕ ਤਾਂ ਗੁਰੂ ਸਾਹਿਬ ਦੇ ਪਿੱਛੇ ਖੜਿਆ ਸੀ। ਉਹ ਸਿਦਕ ਗੁਰੂ ਕੇ ਸਿੰਘਾਂ ਦੇ ਪਿੱਛੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹ ਸਿਦਕ ਉਹਨਾਂ ਨੂੰ ਦੇਖਦੇ ਖੜਿਆ ਸੀ।
ਅੱਜ ਦੇ ਸਮੇਂ 'ਚ ਕੁਰਬਾਨੀਆਂ ਕਿੱਥੀਆਂ ਨੇ? ਪਰ ਗੁਰੂ ਸਾਹਿਬ ਤਾਂ ਹੈਗੇ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਗੁਰੂਆਂ ਦੀ ਜੋਤ ਸਾਡੇ ਕੋਲੇ ਹੈਗੇ ਐ, ਅਸੀਂ ਉਹਨਾਂ ਦੇ ਪਿੱਛੇ ਕਿਉਂ ਨਹੀਂ ਲੱਗਦੇ? ਉਹਦਾ ਕਾਰਨ ਇਹ ਹੈ ਜੀ ਕਿ ਸਾਡੇ ਅੰਦਰ ਇਤਨੀ ਸੋਝੀ ਨਹੀਂ, ਸਾਡੇ ਅੰਦਰ ਇਤਨੀ ਸਮਝ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਮਰਪਣ ਕਰ ਦਈਏ। ਇਹ ਸੋਝੀ ਕਿਹਨੇ ਦੇਣੀ ਹੈ? ਇਹ ਸੋਝੀ ਸਾਡੇ ਪ੍ਰਚਾਰਕਾਂ ਨੇ ਦੇਣੀ ਹੈ, ਜਿਹੜੇ ਸਾਡੇ ਧਰਮ ਦੇ ਆਗੂ ਨੇ ਉਹਨਾਂ ਨੇ ਦੇਣੀ ਹੈ। ਪਰ ਉਹ ਅੱਜ ਤਾਂ ਇੱਕ ਸਾਡਾ ਵਪਾਰ ਬਣ ਚੁੱਕਿਆ ਹੈ। ਜਦੋਂ ਕੋਈ ਪ੍ਰਚਾਰ ਵਪਾਰ ਦੇ ਤਹਿਤ ਚੱਲਣ ਲੱਗ ਪੈਂਦਾ ਹੈ, ਮੈਂ ਕੀਰਤਨ ਤੇ ਜਾਣਾ, ਮੈਂ ਤੁਹਾਨੂੰ ਪਹਿਲੀ ਬੇਨਤੀ ਕੀਤੀ ਹੈ, ਜੇ ਮੈਂ ਇਸ ਹੱਕ 'ਚ ਗੱਲ ਕਹਿ ਰਿਹਾ ਕਿ ਰਾਗੀ ਸਿੰਘਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ, ਪ੍ਰਚਾਰਕਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ, ਉਹਨਾਂ ਨੂੰ ਵਾਜਬ ਉਹਨਾਂ ਦੀ ਜੋ ਹੈ ਭੇਟਾ ਉਹ ਮਿਲਣੀ ਚਾਹੀਦੀ ਹੈ। ਪਰ ਮੈਂ ਇਹ ਵੀ ਇੱਥੇ ਕਹਿਣਾ ਚਾਹਾਂਗਾ ਕਿ ਸਾਡੇ ਲੋਕ 100% ਪ੍ਰੋਫੈਸ਼ਨਲ ਹੋ ਗਏ ਨੇ। ਜਦੋਂ ਅਸੀਂ 100% ਹਰ ਜਗ੍ਹਾ ਤੇ, ਜੇ ਮੈਂ 100 ਜਗ੍ਹਾ ਤੇ ਕਿਸੇ ਨੇ ਕੀਰਤਨ ਕਰਨ ਜਗ੍ਹਾ ਉਹ ਜਾਣਾ ਤਾਂ ਉਹ 100 ਜਗ੍ਹਾ ਤੋਂ ਉਮੀਦ ਕਰਦਾ ਕਿ ਮੈਨੂੰ ਉਹ ਭੇਟਾ ਮਿਲੇ। ਮੈਂ 10 ਜਗ੍ਹਾ ਤੇ ਫ੍ਰੀ ਕੀਰਤਨ ਨਹੀਂ ਕਰ ਸਕਦਾ, ਜਾਂ ਮੈਂ ਘੱਟ ਭੇਟਾ ਲੈ ਕੇ ਕੀਰਤਨ ਨਹੀਂ ਕਰ ਸਕਦਾ। ਜਦੋਂ ਇਸ ਕਿਸਮ ਦਾ ਪ੍ਰਚਾਰਕ ਆਪਾਂ ਜਦੋਂ ਦੁਨੀਆ 'ਚ ਤੋਰਾਂਗੇ ਨਾ ਜੀ, ਫਿਰ ਉਹ ਪ੍ਰਚਾਰ ਦੇ ਵਿੱਚ ਅਸਰ ਨਹੀਂ ਰਹਿੰਦਾ। ਸੇਵਾ ਭਾਵ ਨਹੀਂ ਹੈ, ਸੇਵਾ ਭਾਵ ਨਹੀਂ ਹੈ, ਸਮਰਪਣ ਭਾਵ ਨਹੀਂ ਹੈ। ਕੌਮ ਦੇ ਪ੍ਰਤੀ ਕੁਝ ਫਰਜ਼ ਨੇ, ਉਹ ਫਰਜ਼ ਅਦਾ ਕਰਨ ਨੂੰ ਲੋਕ ਤਿਆਰ ਨਹੀਂ ਹੈਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੋਂ ਬਖਸ਼ਿਸ਼ ਲੈਣ ਵਾਸਤੇ ਬਹੁਤ ਵੱਡੀ ਬੁੱਧੀ ਦੀ ਲੋੜ ਹੈ, ਬਹੁਤ ਵੱਡੀ ਸਮਝ ਦੀ ਲੋੜ ਹੈ। ਉਹ ਜਦੋਂ ਸਮਝ ਪੈਦਾ ਹੁੰਦੀ ਹੈ ਫਿਰ ਹੀ ਸਿਦਕ ਪੈਦਾ ਹੋਏਗਾ ਨਾ ਅੰਦਰ। ਜੇ ਸਮਝ ਹੀ ਨਹੀਂ ਹੋਏਗੀ ਤਾਂ ਸਿਦਕ ਕਿੱਥੋਂ ਆਏਗਾ? ਤੇ ਜਿਹੜੇ ਇਹ ਗਰੀਬ ਪਰਿਵਾਰ ਨੇ, ਇਹਨਾਂ ਦੇ ਘਰਾਂ ਦੇ ਹਾਲਾਤ ਐਸੇ ਬਣੇ ਨੇ, ਜਿਹੜਾ ਇਨਸਾਨ ਦੁੱਖ ਦੇ ਵਿੱਚ ਦੁਖੀ ਹਿਰਦੇ ਨਾਲ ਸਵੇਰੇ ਉੱਠਦਾ ਔਰ ਦੁਖੀ ਹਿਰਦੇ ਨਾਲ ਹੀ ਰਾਤ ਨੂੰ ਸੌਂ ਜਾਂਦਾ ਹੈ, ਖਪਦਾ ਹੋਇਆ, ਉਹਦੇ ਅੰਦਰ ਉਹ ਸੋਝੀ ਕਦੋਂ ਪੈਦਾ ਹੋਣੀ ਹੈ? ਇੱਕ ਰੱਜਿਆ ਇਨਸਾਨ ਜਿਹੜਾ ਹੁੰਦਾ ਨਾ ਜੀ, ਜਿਹੜਾ ਸੰਤੁਸ਼ਟ ਹੈ, ਜਿਹਨੂੰ ਪਤਾ ਹੈ ਯਾਰ ਮੇਰੇ ਕੋਲ 2 ਰੁਪਏ ਹੈ ਨੇ, ਮੈਨੂੰ ਕੱਲ ਨੂੰ ਕੋਈ ਔਖੀ ਸਮਾਂ ਆਏਗਾ, ਮੈਂ ਆਪਣਾ ਇਲਾਜ ਵੀ ਕਰਾ ਲੂੰਗਾ, ਮੈਂ ਸੰਭਾਲ ਲੂੰਗਾ, ਉਹਦੇ ਕੋਲ ਫਿਰ ਉਹ ਇੱਕ ਦਿਮਾਗ ਹੁੰਦਾ ਹੈ, ਅਲੱਗ ਤੋਂ ਟਾਈਮ ਹੁੰਦਾ ਸੋਚਣ ਨੂੰ ਕਿ ਯਾਰ ਮੈਂ ਕੀ ਕਰਨਾ ਹੈ, ਮੇਰਾ ਗੁਰੂ ਦੇ ਪ੍ਰਤੀ ਕੀ ਫਰਜ਼ ਹੈ, ਮੇਰੀ ਕੌਮ ਦੇ ਪ੍ਰਤੀ ਕੀ ਫਰਜ਼ ਹੈ। ਪਰ ਇੱਕ ਆਮ ਇਨਸਾਨ ਜਦੋਂ ਪ੍ਰਚਾਰਕਾਂ ਨੂੰ ਸਟੇਜ ਤੇ ਲੜਦਿਆਂ ਵੇਖਦਾ, ਸੰਘਰਸ਼ ਕਰਦਿਆਂ ਵੇਖਦਾ, ਉਹ ਉਹਦੇ ਖਿਲਾਫ ਬੋਲ ਰਿਹਾ, ਉਹਦੇ ਖਿਲਾਫ ਬੋਲ ਰਿਹਾ, ਫਿਰ ਉਹਨਾਂ ਦੇ ਮਨ ਦੇ ਵਿੱਚ ਇੱਕ ਠੇਸ ਪਹੁੰਚਦੀ ਹੈ ਕਿ ਯਾਰ ਅਸੀਂ ਕਿਹਨਾਂ ਨੂੰ ਦੇਖ ਕੇ ਗੁਰੂ ਗ੍ਰੰਥ ਸਾਹਿਬ ਨਾਲ ਤੇ ਅਸੀਂ ਜੁੜਨਾ, ਪਰ ਸਾਨੂੰ ਜੋੜਨ ਵਾਲੇ ਵੀ ਤਾਂ ਕੋਈ ਹੋਣਗੇ ਨਾ। ਜਦੋਂ ਜੋੜਨ ਵਾਲਿਆਂ ਦੇ ਵਿੱਚ ਹੀ ਸੰਘਰਸ਼ ਹੈ, ਜਦੋਂ ਉਹਨਾਂ 'ਚ ਹੀ ਵਿਰੋਧਾਭਾਸ ਹੈ, ਜਦੋਂ ਉਹਨਾਂ ਦੇ ਉਹੀ ਇੱਕ ਦੂਜੇ ਦੀ ਲੱਤ ਖਿੱਚ ਰਹੇ ਨੇ, ਤੇ ਫਿਰ ਜਿਹੜਾ ਸਰੋਤਾ ਹੈ, ਜਿਹੜਾ ਇੱਕ ਆਮ ਕਾਮਨ ਮੈਨ ਹੈ, ਉਹ ਸੋਚਦੇ ਛੱਡ ਪਰੇ ਕੀ ਲੈਣਾ ਆਪਾਂ। ਠੀਕ ਹੈ ਹਾਂਜੀ, ਇਨਸਾਨ ਆਪਣੀ ਜ਼ਿੰਦਗੀ 'ਚ ਪੀਸ ਆਫ ਮਾਈਂਡ ਭਾਲਦਾ, ਸ਼ਾਂਤੀ ਭਾਲਦਾ, ਉਹ ਸੋਚਦਾ ਯਾਰ ਇੱਧਰੋਂ ਨਾ ਸਹੀ ਕਿਸੇ ਹੋਰ ਪਾਸੋਂ ਸਹੀ। ਤਾਂ ਮੈਂ ਤਾਂ ਮੁੱਖ ਦੀ ਗੱਲ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਸਾਡੀ ਕੌਮ ਅਵੇਅਰ ਹੋ ਰਹੀ ਹੈ, ਔਰ ਉਹ ਅਵੇਅਰ ਹੋਣੀ ਚਾਹੀਦੀ ਹੈ ਹਰ ਪੱਖ ਤੋਂ, ਧਰਮ ਦੇ ਪੱਖ ਤੋਂ ਵੀ, ਸਿਆਸਤ ਦੇ ਪੱਖ ਤੋਂ ਵੀ, ਸਮਾਜ ਸੇਵਾ ਦੇ ਪੱਖ ਤੋਂ ਵੀ, ਪੰਥ ਦੀ ਸੇਵਾ ਦੇ ਪੱਖ ਤੋਂ ਵੀ। ਸਾਨੂੰ ਹਰ ਪੱਖ ਤੋਂ ਹੁਣ ਅਵੇਅਰ ਹੋ ਕੇ ਚੱਲਣਾ ਪਏਗਾ। ਬਹੁਤ ਮੰਨ ਲਏ ਗੁਰਦੁਆਰੇ, ਮੰਦਿਰ, ਧਾਰਮਿਕ ਸਥਾਨ ਇਹ ਜ਼ਰੂਰਤ ਤੋਂ ਜ਼ਿਆਦਾ ਬਣ ਚੁੱਕੇ ਨੇ। ਲੋੜ ਨਹੀਂ ਹੈਗੀ, ਲੋੜ ਨਹੀਂ ਹੈ। ਅਸੀਂ ਆਪਣੀ ਸੇਵਾ ਨੂੰ, ਆਪਣੀ ਰਿਸ਼ਤੇਦਾਰੀ, ਸਭ ਤੋਂ ਪਹਿਲਾਂ ਇੱਕ ਭਰਾ ਇਹ ਦੇਖੇ ਕਿ ਮੇਰਾ ਭਰਾ ਤਕਲੀਫ 'ਚ ਤੇ ਨਹੀਂ ਹੈ, ਮੇਰੀ ਭੈਣ ਤਕਲੀਫ 'ਚ ਤੇ ਨਹੀਂ ਹੈ। ਮੈਂ ਐਸੇ ਘਰ ਦੇਖੇ ਨੇ ਸਿਮਰਨ ਜੀ, ਭਰਾ ਰੱਜੇ ਪੁੱਜੇ ਨੇ ਲੇਕਿਨ ਭੈਣ ਦੁਖੀ ਆਪਣੇ ਘਰ 'ਚ ਗਰੀਬੀ ਦਾ ਵਿੱਚ ਸਮਾਂ ਬਤੀਤ ਕਰ ਰਹੀ ਹੈ। ਭਰਾ ਜਾਂ ਭਰਜਾਈਆਂ ਉਹਦੀ ਮਦਦ ਕਰਨ ਨੂੰ ਤਿਆਰ ਨਹੀਂ। ਜੇ ਭਰਾ ਕਰਨ ਨੂੰ ਤਿਆਰ ਹੈ, ਭਰਜਾਈ ਮਦਦ ਕਰਨ ਨਹੀਂ ਦਿੰਦੀ ਕਿ ਮੇਰੇ ਬੱਚਿਆਂ ਦਾ ਹੱਕ ਹੈ, ਮੈਂ ਉਹਨੂੰ ਕਿਉਂ ਦੇਵਾਂ। ਉਹਦੀ ਜ਼ਿੰਦਗੀ 'ਚ ਜੋ ਉਹਦੀ ਕਿਸਮਤ 'ਚ ਉਹਨੂੰ ਮਿਲਣਾ ਸੀ ਉਹਨੂੰ ਮਿਲ ਲਿਆ। ਤੇ ਇਹੋ ਜਿਹੇ ਪਰਿਵਾਰ ਵੀ ਦੇਖੇ ਨੇ, ਇੱਕ ਭਰਾ ਕਰੋੜਾਪਤੀ ਹੈ, ਇੱਕ ਭਰਾ ਗਰੀਬੀ ਦਾਅਵੇ ਵਿੱਚ ਹੈ, ਉਹ ਭਰਾ ਉਹਦੇ ਨਾਲ ਖੜਨ ਨੂੰ ਤਿਆਰ ਨਹੀਂ। ਮੈਂ ਇੱਕੋ ਹੀ ਬੇਨਤੀ ਕਰਦਾ ਆਪਣੀ ਕੌਮ ਦੇ ਵਿੱਚ, ਜੇ ਸੱਚਮੁੱਚ ਗੁਰੂ ਨਾਨਕ ਦੇ ਮੰਨਣ ਵਾਲੇ ਹੋ, ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲੇ ਹੋ, ਤੇ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਢਿੱਡੋਂ ਜਾਏ ਜਿਹੜੇ ਨੇ ਉਹਨਾਂ ਦੀ ਮਦਦ ਕਰੋ। ਬਿਲਕੁਲ ਠੀਕ ਹੈ, ਉਹਨਾਂ ਦੀ ਮਦਦ ਕਰੋ। ਸਭ ਤੋਂ ਪਹਿਲਾਂ ਮਾਂ-ਬਾਪ ਦੀ ਸੇਵਾ ਕਰੋ, ਭੈਣਾਂ ਭਰਾਵਾਂ ਦੀ ਮਦਦ ਕਰੋ। ਅਗਰ ਉਹ ਸਭ ਸੰਤੁਸ਼ਟ ਨੇ, ਫਿਰ ਆਪਣੀ ਰਿਸ਼ਤੇਦਾਰੀਆਂ 'ਚ ਝਾਂਕੋ ਕਿ ਕੌਣ ਐਸਾ ਭੈਣ ਭਰਾ ਹੈ, ਚਾਚੇ ਤਾਇਆਂ ਦੇ ਵਿੱਚ, ਰਿਸ਼ਤੇਦਾਰੀਆਂ ਵਿੱਚ ਜਿਹਨੂੰ ਮਦਦ ਦੀ ਲੋੜ ਹੈ। ਉਹਨਾਂ ਦੇ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ, ਫੀਸਾਂ ਦੀ ਅਗਰ ਗੁੰਜਾਇਸ਼ ਹੈ ਤੇ ਉਹਨਾਂ ਦੀ ਫੀਸਾਂ ਜਮ੍ਹਾਂ ਕਰਾਈਆਂ ਜਾਣ, ਉਹਨਾਂ ਨੂੰ ਰਾਸ਼ਨ ਮੁਹੱਈਆ ਕਰਾਏ ਜਾਏ ਇੱਜ਼ਤ ਮਾਣ ਦੇ ਨਾਲ। ਫਿਰ ਆਪਣੇ ਪਿੰਡ 'ਚ ਝਾਂਕੋ, ਮੁਹੱਲੇ 'ਚ ਝਾਂਕੋ ਕਿ ਕਿਸ ਨੂੰ ਮਦਦ ਦੀ ਲੋੜ ਹੈ। ਅੱਜ ਸਾਡੀ ਕੌਮ, ਮੈਂ ਇਹ ਸਮਝਦਾ 5 ਸਾਲ ਦਿਲੋਂ ਸਾਡੇ ਸਾਰੇ ਕੰਮ ਛੱਡ ਦਿਓ, ਕੀਰਤਨ ਸਮਾਗਮ ਜਿੰਨੀ ਕੁ ਲੋੜ ਹੈ ਓਨਾ ਕੁ ਰੱਖੋ, ਐਕਸੈਸ ਵਿੱਚ ਜੋ ਅਸੀਂ ਕਰ ਰਹੇ ਹਾਂ ਸਾਰਾ ਕੁਝ ਛੱਡ ਕੇ, ਤੇ ਅਗਰ ਅਸੀਂ ਪੰਜਾਬ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲੱਗੀਏ, ਮੈਂ ਉਮੀਦ ਕਰਦਾ 5-7 ਸਾਲਾਂ ਦੇ ਵਿੱਚ ਸਾਡਾ ਪੰਜਾਬ ਖੁਸ਼ਹਾਲ ਹੋ ਸਕਦਾ ਹੈ। ਸਾਡੇ ਪੰਜਾਬ ਦੇ ਵਿੱਚ ਫਿਰ ਗੁਰੂ ਪ੍ਰਤੀ, ਕੌਮ ਪ੍ਰਤੀ ਇੱਕ ਫਿਰ ਉਹ ਕਾਇਮ ਜਿਹੜਾ ਰਿਸਪੈਕਟ ਜਿਹੜੀ ਹੈ ਉਹ ਫਿਰ, ਕਿਉਂਕਿ ਸਿੱਖ ਨੇ ਜੋ ਕਰਨਾ ਹੈ
ਇੱਕ ਰੱਜੇ ਪੁੱਜੇ ਸਿੱਖ ਨੇ ਜੋ ਕਰਨਾ ਹੈ ਨਾ ਜੀ, ਉਸੇ ਨਾਲ ਗਰੀਬ ਨੇ ਦੇਖ ਕੇ ਉਹਦੇ ਵੱਲ ਉਹਨੇ ਪ੍ਰੇਰਨਾ ਲੈਣੀ ਹੈ। ਬਿਲਕੁਲ। ਤਾਂ ਅਸੀਂ ਕੋਸ਼ਿਸ਼ ਕਰੀਏ ਆਪਣੀ ਕੌਮ ਦੇ ਉਹ ਪਿਛੜੇ ਹੋਏ ਸਮਾਜ ਬਾਰੇ ਸੋਚੀਏ, ਆਵਾਜ਼ ਬੁਲੰਦ ਕਰੀਏ। ਠੀਕ ਹੈ, ਜਿਹੜੇ ਲੋਕ ਆਪਣੀ ਨੀਤੀ ਦੇ ਨਾਲ ਚੱਲ ਰਹੇ ਨੇ ਕਿ ਅਸੀਂ ਜੀ ਰਾਸ਼ਨ ਫ੍ਰੀ ਦਿੰਨੇ ਆ, ਬੱਚੇ ਫ੍ਰੀ ਪੜ੍ਹਾਉਂਦੇ ਆ, ਅਸੀਂ ਕਿਸੇ ਦੀ ਮਦਦ ਕਰਦੇ ਆ, ਉਹ ਆਪਣਾ ਕੰਮ ਕਰਦੇ ਰਹਿਣ, ਉਹ ਆਪਣਾ ਕਰਦੇ ਰਹਿਣ, ਅਸੀਂ ਆਪਣਾ ਕਰਨਾ। ਉਸੇ ਰਣਨੀਤੀ ਦੇ ਤਹਿਤ ਤੁਸੀਂ ਵੀ ਚੱਲੋ। ਅਸੀਂ ਕਿਸੇ ਹਿੰਦੂ ਨੂੰ ਨਹੀਂ ਕਹਿੰਦੇ ਤੂੰ ਸਿੱਖ ਬਣ ਜਾ, ਅਸੀਂ ਕਿਸੇ ਮੁਸਲਮਾਨ ਨੂੰ, ਈਸਾਈ ਨੂੰ ਨਹੀਂ ਕਹਿੰਦੇ ਕਿ ਤੁਸੀਂ ਅੰਮ੍ਰਿਤ ਛਕੋ ਔਰ ਗੁਰੂ ਵਾਲੇ ਬਣੋ, ਅਸੀਂ ਉਹਨਾਂ ਨੂੰ ਨਹੀਂ ਕਹਿੰਦੇ। ਅਸੀਂ ਤਾਂ ਆਪਣਿਆਂ ਨੂੰ ਕਹਿੰਦੇ ਆ, ਦੱਸੋ ਤੁਹਾਨੂੰ ਦੁੱਖ ਤਕਲੀਫ ਕੀ ਹੈ। ਇੱਕ ਗੁਰੂ ਨਾਨਕ ਤੁਸੀਂ ਰਹਿ ਜਾਓ ਇੱਥੇ, ਤੁਸੀਂ ਬਾਹਰ ਨਾ ਜਾਓ, ਉਹ ਬਚਾ ਲਈਏ, ਤੁਸੀਂ ਰਹਿ ਜਾਓ ਵਾਲੀ ਗੱਲ ਨਹੀਂ ਹੈ। ਅਸੀਂ ਜਦੋਂ ਕਿਸੇ ਭੈਣ ਭਰਾ ਦਾ ਦੁੱਖ ਤਕਲੀਫ ਸਾਂਝਾ ਕਰਾਂਗੇ, ਉਹ ਆਟੋਮੈਟਿਕ ਆਪਣੇ ਘਰ ਟਿਕੇ ਰਹਿਣਗੇ। ਇਦਾਂ ਤਾਂ ਫਿਰ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡੀ ਸੇਂਧ ਦੀਮਕ ਲੱਗੀ ਹੋਈ ਹੈ। ਉਹ ਹੌਲੀ ਹੌਲੀ ਇੱਕ ਅਮੀਰ ਤਬਕਾ ਹੈ, ਉਹਨਾਂ ਨੂੰ ਧਰਮ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ, ਉਹ ਆਪਣੀ ਐਸ਼ ਪ੍ਰਸਤੀ 'ਚ ਪਏ ਹੋਏ ਨੇ। ਮਿਡਲ ਕਲਾਸ ਤਬਕਾ ਹੈ, ਉਹ ਕੰਟਰੋਵਰਸੀਆਂ 'ਚ ਪਿਆ ਹੋਇਆ ਹੈ, ਉਹ ਸੋਸ਼ਲ ਮੀਡੀਆ ਦੇ ਉਲਝਣਾਂ ਦੇ ਵਿੱਚ ਪਿਆ ਹੋਇਆ ਹੈ। WhatsApp ਤੇ ਕੁਝ ਆਇਆ ਤੇ ਉਹ ਫਾਰਵਰਡ ਕਰਤਾ, Facebook ਤੇ ਆਇਆ ਤੇ ਉਹ ਸ਼ੇਅਰ ਕਰ ਦਿੱਤਾ। ਗਰੀਬ ਤਬਕਾ ਉਹ ਆਪਣੀਆਂ ਉਲਝਣਾਂ ਦੇ ਵਿੱਚ ਹੀ ਪਿਆ ਹੋਇਆ ਹੈ। ਤਾਂ ਹਰ ਇੱਕ ਪੱਖ ਵਿੱਚ ਕਿਤੇ ਨਾ ਕਿਤੇ ਅਸੀਂ ਗੁਰੂ ਤੋਂ ਟੁੱਟੇ ਹੀ ਹੋਏ ਆ ਨਾ ਜੀ। ਕਿੰਨੇ ਕੁ %, 5-10%, 20% ਹੋਣਗੇ ਜਿਹੜੇ 100% ਗੁਰੂ ਨਾਲ ਜੁੜੇ ਹੋਏ ਨੇ। ਉਹ ਪਹਿਰਾਵੇ ਤੌਰ ਤੇ ਵੀ ਜੁੜੇ ਨੇ, ਉਹ ਸੇਵਾ ਦੇ ਤੌਰ ਤੇ ਵੀ ਜੁੜੇ ਨੇ। ਪਰ ਸਾਡੀ ਤਾਂ 100% ਕੌਮ ਉਸ ਪੱਖ ਤੇ ਜੁੜੀ ਹੋਣੀ ਚਾਹੀਦੀ ਸੀ। ਜੇ ਅਸੀਂ 100% ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਆ, ਤਾਂ ਹੀ ਸਾਡੀ ਸਿੱਖ ਕੌਮ ਜਿਹੜੀ ਹੈ ਉਹਦਾ ਦੁਨੀਆ ਦੇ ਵਿੱਚ ਹੋਣਾ ਕੋਈ ਵਜੂਦ ਰੱਖਦਾ ਹੈ। ਨਹੀਂ ਤਾਂ ਫਿਰ ਜਿਹੇ ਜੇ ਦੂਸਰੇ ਉਹੋ ਜਿਹੇ ਅਸੀਂ, ਜਿਹੇ ਜੇ ਵਿਤਰਕੇ ਦੂਸਰਿਆਂ ਦੇ ਵਿੱਚ ਉਹੀ ਸਾਡਿਆਂ ਵਿੱਚ, ਤੇ ਫਿਰ ਸਾਡਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਉਹ ਕਿਸ ਕਰ ਹੈ। ਬਿਲਕੁਲ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਮਾਂ ਦਿੱਤਾ। ਬਾਬਾ ਜਸਦੀਪ ਸਿੰਘ ਜੀ ਦੇ ਨਾਲ ਅੱਜ ਖਰੀਆਂ ਤੇ ਸਿੱਧੀਆਂ ਗੱਲਾਂ ਹੋਈਆਂ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।